ਸਤਿ ਸ਼੍ਰੀ ਅਕਾਲ ਜੀ। ਅੱਜ ਸਾਡੇ ਨਾਲ ਬਲਜੀਤ ਕੰਗ ਜੀ ਨੇ, ਜੋ ਕਿ ਵਿਲੇਜ ਡਾਹਾਂ, ਤਹਿਸੀਲ ਬੰਗਾ ਅਤੇ ਜ਼ਿਲ੍ਹਾ ਨਵਾਂ ਸ਼ਹਿਰ ਤੋਂ ਹੈਗੇ ਨੇ। ਅੱਜ ਇਹਨਾਂ ਨਾਲ ਕੁਝ ਆਰਗੈਨਿਕ ਫਾਰਮਿੰਗ ਤੇ ਇਹਨਾਂ ਦੇ ਜੋ ਵੀ ਐਕਸਪੀਰੀਅੰਸ ਰਿਹਾ ਉਹਦੇ ਬਾਰੇ ਗੱਲ ਕਰਾਂਗੇ। ਤਾਂ ਬਲਜੀਤ ਜੀ, ਸਤਿ ਸ਼੍ਰੀ ਅਕਾਲ ਬੇਟਾ। ਸਤਿ ਸ਼੍ਰੀ ਅਕਾਲ ਜੀ। ਸਾਡਾ ਪਹਿਲਾ ਸਵਾਲ ਸਰ ਇਹੀ ਰਹੇਗਾ ਕਿ ਤੁਸੀਂ ਕਾਫੀ ਲੰਬੇ ਅਰਸੇ ਤੋਂ ਕੰਮ ਕਰ ਰਹੇ ਹੋ, ਇਹ ਮਤਲਬ ਆਰਗੈਨਿਕ ਫਾਰਮਿੰਗ ਦਾ ਕਾਫੀ 10 ਸਾਲ ਹੋ ਗਏ ਆਈ ਥਿੰਕ। ਹਾਂਜੀ। ਹਾਂਜੀ। ਅਤੇ ਇਸ ਦੇ ਵਿੱਚ ਤੁਹਾਡਾ ਮਤਲਬ ਕਿ ਹੁਣ ਜਿੱਥੇ ਤੱਕ ਸਾਨੂੰ ਹੁਣ ਪਤਾ ਲੱਗਿਆ, ਤੁਹਾਨੂੰ ਕਿਸੇ ਕਾਰਨਵਸ਼ ਤੁਹਾਨੂੰ ਬਾਹਰ ਜਾਣਾ ਪੈ ਰਿਹਾ। ਹਾਂਜੀ। ਅਤੇ ਹੁਣ ਤੁਸੀਂ ਜਾਂਦੇ ਜਾਂਦੇ ਆਪਣੇ ਜਿਹੜੇ ਆਰਗੈਨਿਕ ਫਾਰਮਿੰਗ ਦੇ ਕਿਸਾਨ ਹੈਗੇ ਨੇ, ਇਹਨਾਂ ਨੂੰ ਕੀ ਦੱਸਣਾ ਚਾਹੋਗੇ? ਕੀ ਆਪਣੇ ਤਜਰਬੇ ਕੁਛ ਤੁਸੀਂ ਸਾਂਝੇ ਕਰਨੇ ਚਾਹੋਗੇ ਉਹਨਾਂ ਨਾਲ? ਸਭ ਤੋਂ ਪਹਿਲਾਂ ਤਾਂ ਮੇਰੇ ਸਾਰੇ ਦੇਖਣ ਵਾਲੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਮਿਤ ਜੀ, ਮੈਂ ਤੁਹਾਨੂੰ ਆਪਣੇ ਤਜਰਬਿਆਂ ਤੋਂ ਪਹਿਲਾਂ ਮੈਂ ਤੁਹਾਡਾ ਸਭ ਤੋਂ ਪਹਿਲਾਂ ਸ਼ੁਕਰਗੁਜ਼ਾਰ ਹੈਗਾ ਕਿ ਤੁਸੀਂ ਮੇਰੀ ਪਹਿਲੀ ਇੰਟਰਵਿਊ ਵੀ ਤੁਸੀਂ ਹੀ ਮੇਰੀ ਕੰਡਕਟ ਕੀਤੀ ਸੀ, ਸ਼ਾਇਦ 2018 ਦੇ ਵਿੱਚ। ਠੀਕ ਹੈ ਜੀ। ਅਤੇ ਤੁਹਾਡੀ ਉਸ ਇੰਟਰਵਿਊ ਦੇ ਸਦਕਾ ਮੈਨੂੰ ਕਾਫੀ ਮੇਰਾ ਲੋਕਾਂ ਤੱਕ ਪਹੁੰਚ ਬਣੀ, ਜਾਂ ਲੋਕਾਂ ਦੀ ਮੇਰੇ ਤੱਕ ਪਹੁੰਚ ਬਣੀ, ਅਤੇ ਮੈਨੂੰ ਇੱਕ ਨਵਾਂ ਕੁਝ ਸਿੱਖਣ ਵਾਸਤੇ ਮੈਨੂੰ ਪ੍ਰੇਰਨਾ ਇਸ ਤੋਂ ਮਿਲੀ ਹੈਗੀ ਆ। ਬਾਕੀ ਗੱਲ ਕਰਦੇ ਹਾਂ ਕਿ ਜਿਹੜੇ ਮੇਰੇ 10 ਸਾਲ ਦੇ ਐਕਸਪੀਰੀਅੰਸ ਜਿਹੜੀ ਹੈਗੀ ਆ, ਅਤੇ ਮੈਂ ਇਹਨਾਂ 10 ਸਾਲਾਂ ਵਿੱਚ ਬਹੁਤ ਕੁਝ ਸਿੱਖਿਆ, ਔਰ ਈਵਨ ਸਿੱਖ ਰਿਹਾ। ਸ਼ਾਇਦ ਮੈਨੂੰ ਐਂ ਲੱਗਦਾ ਕਿ ਸ਼ਾਇਦ 1% ਵੀ ਨਹੀਂ ਮੈਂ ਅਜੇ ਸਿੱਖਿਆ। ਇਹਦੇ ਵਿੱਚ ਬਹੁਤ ਅੱਗੇ ਸੰਭਾਵਨਾਵਾਂ ਹੈਗੀਆਂ। ਅਤੇ ਬਟ ਜਿਹੜਾ ਮੈਂ ਜੋ ਹੁਣ ਤੱਕ ਸਿੱਖਿਆ ਹੈਗਾ ਜਾਂ ਜੋ ਮੈਂ ਕੀਤਾ ਹੈਗਾ, ਇਹ ਮੈਂ ਜ਼ਰੂਰ ਆਪਣੇ ਸਾਰੇ ਸਾਥੀ ਨਾਲ ਸ਼ੇਅਰ ਕਰਨਾ ਚਾਹੂੰਗਾ। ਮੈਂ ਸਟਾਰਟਿੰਗ ਤੋਂ ਗੱਲ ਕਰਦਾ ਹੈਗਾ ਕਿ ਮੈਂ ਸੰਨ 2010 ਦੇ ਵਿੱਚ ਮੇਰੀ ਫੈਮਿਲੀ ਅਬਰੋਡ ਸੈਟਲਡ ਹੈਗੀ ਹੈ, ਅਤੇ ਮੇਰੇ ਬ੍ਰਦਰ ਵੀ 2010 ਦੇ ਵਿੱਚ ਚਲੇ ਗਏ ਸੀ। ਉਸ ਤੋਂ ਪਹਿਲਾਂ ਮੇਰਾ ਬਿਜ਼ਨਸ ਚੱਲ ਰਿਹਾ ਸੀ ਰੈਸਟੋਰੈਂਟ ਦਾ, ਅਤੇ ਮੈਂ 8 ਸਾਲ ਰੈਸਟੋਰੈਂਟ ਦਾ ਬਿਜ਼ਨਸ ਕੀਤਾ। ਉਸ ਤੋਂ ਪਹਿਲਾਂ ਮੈਂ ਗੇਮ ਕੀਤੀ, ਸਟੱਡੀ ਕੀਤੀ, ਕੁਛ ਸਮਾਂ ਮੈਂ ਜਿਹੜਾ ਟੀਚਿੰਗ ਵੀ ਕੀਤੀ ਹੈ। ਅਤੇ ਜਦੋਂ ਮੈਨੂੰ ਜ਼ਰੂਰਤ ਦੇ ਅਨੁਸਾਰ ਜਿਹੜਾ ਹੈਗਾ ਆਪਣੇ ਖੇਤਾਂ ਨੂੰ ਦੁਬਾਰਾ ਦੇਖਣਾ ਪਿਆ, ਸੰਭਾਲਣਾ ਪਿਆ ਆਪਣੇ ਬ੍ਰਦਰ ਦੀ ਐਬਸੈਂਸ ਦੇ ਵਿੱਚ, ਅਤੇ ਮੇਰਾ ਸਭ ਤੋਂ ਪਹਿਲਾਂ ਇਹੀ ਸੀ ਕਿ ਰੈਸਟੋਰੈਂਟ ਮੇਰਾ ਪੇਂਡੂ ਏਰੀਏ ਦੇ ਵਿੱਚ ਹੈਗਾ ਸੀ, ਅਤੇ ਮੇਰੇ ਕੋਲ ਜਿੰਨੇ ਵੀ ਮੇਰੇ ਕਸਟਮਰ ਹੈਗੇ ਸੀ ਉਹ ਸਾਰੇ ਦੇ ਸਾਰੇ ਪੇਂਡੂ ਏਰੀਏ ਨੂੰ ਹੀ ਜ਼ਿਆਦਾਤਰ ਉਹਨਾਂ 'ਚੋਂ ਬਿਲੋਂਗ ਕਰਦੇ ਸੀ। ਅਤੇ ਜਦੋਂ ਹੁਣ ਨੇੜਲੇ ਪਿੰਡਾਂ ਦੇ ਹੈਗੇ ਜਾਂ ਆਪਣੇ ਪਿੰਡ ਦੇ ਹੈਗੇ, ਤਾਂ ਉਹਨਾਂ ਨਾਲ ਇਸ ਟੌਪਿਕ ਦੇ ਉੱਤੇ ਹਮੇਸ਼ਾ ਗੱਲਬਾਤ ਹੁੰਦੀ ਰਹਿੰਦੀ ਸੀ ਕਿ ਖੇਤੀ ਦਾ ਕੀ ਚਲਣ ਚੱਲ ਰਿਹਾ ਹੈਗਾ, ਕੀ ਤੁਹਾਡੀ ਇਹਦੇ ਵਿੱਚ ਜਿਹੜੀ ਹੈਗੀ ਆ ਮਿਹਨਤ ਕਿੰਨੀ ਹੈਗੀ ਆ, ਤੁਹਾਡੀ ਆਮਦਨ ਕਿੰਨੀ ਹੈਗੀ, ਤੁਹਾਡੇ ਖਰਚੇ ਕਿੰਨੇ ਆ, ਤੁਹਾਡੇ ਕਰਜ਼ੇ ਕਿੰਨੇ ਹੈਗੇ ਆ। ਤਾਂ ਇਹਨਾਂ ਸਾਰੀਆਂ ਗੱਲਾਂ ਬਾਰੇ ਕਾਫੀ ਵਿਸਤਾਰਪੂਰਵਕ ਗੱਲ ਹੁੰਦੀ ਸੀ ਮੇਰੀ। ਅਤੇ ਮੇਰਾ ਖੁਦ ਦਾ ਆਪ ਦਾ ਖੇਤੀ ਦਾ ਪਿਛੋਕੜ ਰਿਹਾ ਹੈਗਾ। ਮੈਂ ਪਹਿਲਾਂ ਤੋਂ ਖੇਤੀ ਹੀ ਕੀਤੀ ਸੀ, ਸਟੱਡੀ ਦੇ ਦੌਰਾਨ ਵੀ ਖੇਤੀ ਕੀਤੀ। ਸਬਜ਼ੀ ਦਾ ਸਾਡੇ ਪਿਤਾ ਪੁਰਖੀ ਕੰਮ ਪਿੱਛੋਂ ਹੈਗਾ ਸੀ, ਤਾਂ ਜਿਹਦੇ ਕਾਰਨ ਮੈਂ ਵੀ ਉਸ ਕੰਮ ਨੂੰ ਅੱਗੇ ਵਧਾਇਆ। ਬਟ ਨਾਲ ਦੀ ਨਾਲ ਜਿਸ ਤਰ੍ਹਾਂ ਮੇਰੀ ਪੜ੍ਹਾਈ ਅੱਗੇ ਵੱਧਦੀ ਗਈ, ਅਤੇ ਮੈਂ ਗੇਮ ਸਟਾਰਟ ਕਰ ਦਿੱਤੀ 1995 ਦੇ ਵਿੱਚ, ਤਾਂ ਫਿਰ ਮੇਰਾ ਹੌਲੀ ਹੌਲੀ ਖੇਤਾਂ ਨਾਲ ਰਾਬਤਾ ਘਟਦਾ ਗਿਆ। ਸੰਨ 2000 ਤੱਕ ਆਉਂਦੇ ਮੇਰੀ ਫਰਦਰ ਸਟੱਡੀ ਜਿਹੜੀ ਹੈਗੀ ਆ ਨਾਗਪੁਰ ਯੂਨੀਵਰਸਿਟੀ ਦੀ ਹੋ ਗਈ, ਜਿਹਦੇ ਕਾਰਨ ਮੈਂ ਖੇਤੀ ਨਾਲੋਂ ਲਗਭਗ ਪੂਰਾ ਹੀ ਟੁੱਟ ਗਿਆ ਸੀ। ਜਿਸ ਤਰ੍ਹਾਂ ਹੀ ਮੈਂ ਵਾਪਸ ਉੱਥੋਂ ਆਇਆ ਆਪਣੀ ਸਟੱਡੀ ਤੋਂ, ਨਾਲ ਦੀ ਨਾਲ ਮੈਂ ਜੋਬ ਸਟਾਰਟ ਕਰ ਦਿੱਤੀ। ਮੈਂ 2 ਸਾਲ ਜੋਬ ਕੀਤੀ ਐਜ ਏ ਟੀਚਰ, ਫਿਜ਼ੀਕਲ ਟੀਚਰ ਐਜੂਕੇਸ਼ਨ ਦੇ ਟੀਚਰ 'ਤੇ। ਉਸ ਤੋਂ ਬਾਅਦ ਦੇ ਵਿੱਚ ਮੇਰੇ ਕਾਲਜ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਵਿੱਚ ਪੰਜਾਬੀ MA ਦੀ ਸ਼ੁਰੂਆਤ ਹੋ ਗਈ ਦੁਬਾਰਾ, ਅਤੇ ਮੈਨੂੰ ਲੱਗਾ ਕਿ ਸ਼ਾਇਦ ਜੋਬ ਦੇ ਵਿੱਚ ਉਨਾ ਮਜ਼ਾ ਨਹੀਂ ਆ ਰਿਹਾ ਸੀ ਮੈਨੂੰ। ਮੈਂ ਦੁਬਾਰਾ ਐਡਮਿਸ਼ਨ ਲੈ ਲਈ MA ਪੰਜਾਬੀ ਦੇ ਵਿੱਚ। MA ਪੰਜਾਬੀ ਕਰ ਲਈ। ਕਰਨ ਤੋਂ ਬਾਅਦ ਦੇ ਵਿੱਚ 6 ਮਹੀਨੇ ਮੈਂ ਜਿਹੜਾ ਹੈਗਾ ਕੋਈ ਖ਼ਾਸ ਕੰਮ ਨਹੀਂ ਕੀਤਾ, ਅਤੇ ਬਟ ਇਨ ਬਿਟਵੀਨ ਜਿਹੜਾ ਹੈਗਾ ਮੇਰੀ ਪਲੈਨਿੰਗ ਹੋ ਗਈ ਅਕਤੂਬਰ 2005 ਦੇ ਵਿੱਚ ਮੈਂ ਰੈਸਟੋਰੈਂਟ ਦਾ ਬਿਜ਼ਨਸ ਸਟਾਰਟ ਕਰ ਦਿੱਤਾ। ਮੈਂ ਪਾਰਟਨਰਸ਼ਿਪ ਦੇ ਵਿੱਚ ਸਟਾਰਟ ਕੀਤਾ ਸੀ, ਅਤੇ ਚਲੋ ਕਰਦੇ ਕਰਦੇ ਜਿਸ ਤਰ੍ਹਾਂ ਮੈਂ ਬਾਕੀ ਗੱਲ ਦੱਸਿਆ ਕਿ ਮੇਰੇ ਕਸਟਮਰ ਜਿਹੜੇ ਹੈਗੇ ਸੀ ਉਹ ਜ਼ਿਆਦਾਤਰ ਖੇਤੀ ਬੈਕਗਰਾਊਂਡ ਵਾਲੇ ਹੈਗੇ ਸੀ। ਉਹਨਾਂ ਨਾਲ ਜਦੋਂ ਵਿਸਤਾਰਪੂਰਵਕ ਸਾਰੀ ਗੱਲ ਕੀਤੀ ਕਿ ਹਾਂ ਵੀ ਇਹਦੇ ਵਿੱਚ ਨਫੇ ਨੁਕਸਾਨ ਕੀ ਹੈਗੇ ਆ, ਇਨ ਡਿਟੇਲ ਗੱਲ ਕੀਤੀ, ਤਾਂ ਨਾਲ ਦੀ ਨਾਲ 2000 ਜਿਹੜੀ ਹੈਗੀ 10 ਤੱਕ ਪਹੁੰਚਦੇ
ਮੈਂ ਬੜਾ ਘਾਟਾ ਖਾਦਾ ਪਹਿਲਾਂ, ਕਿਉਂਕਿ ਮੇਰੀ ਬੈਕਗਰਾਉਂਡ ਬਿਜ਼ਨਸ ਵਾਲੀ ਨਹੀਂ ਹੈਗੀ ਸੀ। ਹੌਲੀ ਹੌਲੀ ਲਰਨ ਕੀਤਾ ਉਹਦੇ ਵਿੱਚੋਂ, ਫਾਈਨਲ ਸਕਸੈਸ ਮੈਨੂੰ ਮਿਲ ਗਈ। ਇਨ ਬਿਟਵੀਨ ਮੈਂ ਬੜੀ ਮਿਹਨਤ ਕੀਤੀ। ਮੈਂ ਕੁਕਿੰਗ ਸਿੱਖੀ, ਮੈਂ ਵੇਟਰ ਦਾ ਵੀ ਕੰਮ ਕੀਤਾ, ਮੈਂ ਮੈਨੇਜ ਵੀ ਕੀਤਾ, ਮੈਂ ਐਜ ਏ ਓਨਰ ਵੀ ਸਾਰਾ ਕੰਮ ਸਿੱਖਿਆ ਜ਼ਰੂਰਤ ਦੇ ਹਿਸਾਬ ਨਾਲ, ਕਿ ਖਰਚੇ ਕੰਟਰੋਲ ਕਿਵੇਂ ਕਰਨੇ ਆ, ਆਮਦਨ ਨੂੰ ਵਧਾਉਣਾ ਕਿਵੇਂ ਹੈਗਾ। ਅਗਰ ਤੁਹਾਡੀ ਆਮਦਨ ਸਟੇਬਲ ਚੱਲ ਰਹੀ ਹੈਗੀ ਆ ਤਾਂ ਤੁਸੀਂ ਖਰਚੇ ਨੂੰ ਘਟਾ ਕੇ ਆਮਦਨ ਵਧਾ ਸਕਦੇ ਆ। ਜ਼ਰੂਰੀ ਨਹੀਂ ਕਿ ਅਸੀਂ ਉਹਦੇ ਲਈ ਅਲੱਗ ਤਰ੍ਹਾਂ ਦੇ ਜਿਹੜੇ ਹੈਗੇ ਆ ਦਾਅ ਪੇਚ ਖੇਲਣੇ ਹੈਗੇ ਆ, ਜਾਂ ਅਸੀਂ ਕੁਛ ਚਲਾਕੀਆਂ ਕਰਨੀਆਂ ਜਾਂ ਕੁਝ ਚੋਰੀਆਂ ਕਰਨੀਆਂ, ਇਹੋ ਜਿਹੀ ਕੋਈ ਲੋੜ ਨਹੀਂ ਹੈਗੀ। ਤੁਸੀਂ ਆਪਣੇ ਖਰਚਿਆਂ ਨੂੰ ਕੰਟਰੋਲ ਵਿੱਚ ਕਰਕੇ ਵੀ ਆਪਣੀ ਆਮਦਨ ਨੂੰ ਵਧਾ ਸਕਦੇ ਆ। ਇਹ ਸਾਰੀ ਜਿਹੜੀ ਹੈਗੀ ਆ ਮੈਨੂੰ ਬਿਜ਼ਨਸ ਦੀ ਹੌਲੀ ਹੌਲੀ ਜਿਸ ਤਰ੍ਹਾਂ ਸਮਝ ਆਈ ਗਈ, ਨਾਲ ਦੀ ਨਾਲ ਲੋਕਾਂ ਦੀਆਂ ਖੇਤੀ ਦੇ ਨਾਲ ਰਿਲੇਟਡ ਜਿਹੜੇ ਫਾਰਮਰ ਹੈਗੇ ਸੀ ਉਹਨਾਂ ਦੀਆਂ ਪ੍ਰੋਬਲਮ ਸਾਹਮਣੇ ਆਉਂਦੀਆਂ ਗਈਆਂ, ਤਾਂ ਮੇਰੇ ਦਿਮਾਗ ਦੇ ਵਿੱਚ ਇਹ ਬੜਾ ਭੁਚਾਲ ਹਮੇਸ਼ਾ ਚੱਲਦਾ ਰਹਿੰਦਾ ਸੀ ਕਿ ਖੇਤੀ ਨੂੰ ਲਾਹੇਵੰਦ ਕਿਵੇਂ ਬਣਾਇਆ ਜਾਵੇ। ਮਤਲਬ ਤੁਸੀਂ ਖੇਤੀ ਨੂੰ ਤੇ ਉਹ ਬਿਜ਼ਨਸ ਆਪਣੇ ਜਿਹੜਾ ਸੈਂਸ ਤੁਸੀਂ ਸਿੱਖਿਆ ਮੈਂ ਦੋਨਾਂ ਨੂੰ ਕਲੱਬ ਕਰ ਲਿਆ, ਕੋਰਿਲੇਟ ਕਰ ਲਿਆ। ਮੈਂ ਉਹਨਾਂ ਨੂੰ ਕੋਰਿਲੇਟ ਕਰਕੇ ਉਹਦੇ ਹਿਸਾਬ ਨਾਲ ਸੋਚਣਾ ਸ਼ੁਰੂ ਕੀਤਾ। ਫਿਰ ਰੱਬ ਸਬੱਬੀ ਜਿਸ ਤਰ੍ਹਾਂ ਮੇਰੇ ਬ੍ਰਦਰ ਜਿਸ ਤਰ੍ਹਾਂ ਹੀ ਮਾਈਗ੍ਰੇਟ ਹੋਏ, ਤਾਂ ਖੇਤੀ ਜੋ ਘਰ ਦੀ ਖੇਤੀ ਸੀ ਸਾਡੀ ਜ਼ਮੀਨ, ਹੋਰ ਕੋਈ ਹੈ ਨਹੀਂ ਸੀ, ਅਤੇ ਉਹਦੇ ਉੱਤੇ ਮੈਂ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਪਾਰਟ ਟਾਈਮ। ਅਤੇ ਪਾਰਟ ਟਾਈਮ ਦੇ ਵਿੱਚ ਮੈਂ ਕੋਈ ਕਿਸੇ ਤਰ੍ਹਾਂ ਦਾ ਕੈਮੀਕਲ ਯੂਜ਼ ਨਹੀਂ ਕੀਤਾ, ਕੋਈ ਫਰਟੀਲਾਈਜ਼ਰ ਯੂਜ਼ ਨਹੀਂ ਕੀਤਾ। ਇਹਦੇ ਲਈ ਮੈਂ ਕੁਝ ਪਲਾਨ ਦੇ ਨਾਲ ਨਹੀਂ ਇਹ ਕੀਤਾ। ਮੇਰੇ ਹਾਲਾਤ ਇੱਦਾਂ ਬਣੇ ਕਿ ਮੈਂ ਟਾਈਮ ਹੀ ਮੇਰੇ ਕੋਲ ਨਹੀਂ ਸੀ ਕਿ ਮੈਂ ਖਾਦ ਪਾਵਾਂ, ਮੈਂ ਦਵਾਈ ਦੀ ਸਪਰੇਅ ਕਰਾਂ। ਮੈਂ ਬਿਲਕੁਲ ਪਰਮਾਤਮਾ ਦੇ ਭਰੋਸੇ ਦੇ ਉੱਤੇ ਚੀਜ਼ ਛੱਡ ਦਿੱਤੀ, ਬਿਜਾਈ ਕਰ ਦਿੱਤੀ, ਛੱਡ ਦਿੱਤੀ। ਪਾਣੀ ਵਿੱਚ ਲੱਗ ਗਿਆ, ਨਹੀਂ ਲੱਗ ਗਿਆ, ਮੈਂ ਜ਼ਿਆਦਾ ਧਿਆਨ ਕੀਤਾ, ਪਰ ਪਤਾ ਨਹੀਂ ਸ਼ਾਇਦ ਪਰਮਾਤਮਾ ਨੇ ਮੇਰੀ ਇੱਕ ਵਿਧ ਬਣਾਉਣੀ ਸੀ ਇੱਧਰਲੇ ਪਾਸੇ ਨੂੰ ਲਿਆਉਣ ਦੀ। ਅਤੇ ਮੇਰੀਆਂ ਜਿਹੜੀਆਂ ਬਿਲਕੁਲ ਅਣਗੌਲੀਆਂ ਫਸਲਾਂ ਸੀ ਉਹਨਾਂ ਨੇ ਵੀ ਮੈਨੂੰ ਇੱਕ ਵਧੀਆ ਜਿਹੜੀ ਇਨਕਮ ਦੇ ਦਿੱਤੀ। ਅਤੇ ਮੈਨੂੰ ਬੜਾ ਹੌਸਲਾ ਇਸ ਤੋਂ ਹੋਇਆ ਕਿ ਅਗਰ ਮੈਂ ਬਿਨਾਂ ਕੀਤੇ ਤਾਂ ਮੈਨੂੰ ਇੰਨਾ ਕੁਛ ਵਧੀਆ ਮਿਲਿਆ, ਅਗਰ ਮੈਂ ਕੀਤਾ ਤਾਂ ਮੈਂ ਫਿਰ ਕੀ ਕਰ ਸਕਦਾ। ਫਿਰ ਮੈਂ ਹੌਲੀ ਹੌਲੀ ਆਪਣਾ ਇੱਧਰਲੇ ਪਾਸੇ ਨੂੰ ਆਉਣਾ ਸ਼ੁਰੂ ਕਰ ਦਿੱਤਾ। 2011 ਦੇ ਵਿੱਚ ਮੇਰੀ ਮੈਰਿਜ ਹੋ ਗਈ। ਮੇਰੀ ਮਿਸਿਜ਼ ਜਿਹੜੀ ਹੈਗੀ ਆ ਉਹ ਕਾਫੀ ਇੰਟੈਲੀਜੈਂਟ ਸੀ ਪੜ੍ਹਾਈ ਦੇ ਵਿੱਚ। ਮੈਂ ਆਫਟਰ ਮੈਰਿਜ ਉਹਨਾਂ ਨੂੰ ਦੁਬਾਰਾ ਫਰਦਰ ਸਟੱਡੀ ਵਾਸਤੇ ਐਡਮਿਟ ਕਰਵਾ ਦਿੱਤਾ। ਅਤੇ ਹੌਲੀ ਹੌਲੀ ਮੇਰਾ ਮਨ ਜਿਹੜਾ ਹੈਗਾ ਆ ਬਿਜ਼ਨਸ ਦੇ ਵਿੱਚੋਂ ਉਚਾਟ ਹੋਣਾ ਸ਼ੁਰੂ ਹੋਇਆ। ਉਹਦੇ ਕਾਰਨ ਇਹ ਸੀ ਕਿ ਮਿਸਿਜ਼ ਦੀ ਕੁਝ ਸਿਹਤ ਦੇ ਨਾਲ ਸਮੱਸਿਆਵਾਂ ਸ਼ੁਰੂ ਹੋ ਗਈਆਂ। ਪ੍ਰੈਗਨੈਂਸੀ ਦੇ ਦੌਰਾਨ ਜਿਹੜੀ ਹੈਗੀਆਂ ਉਹਦੀ ਸਟੱਡੀ ਚੱਲਦੀ ਸੀ, ਵਰਕਲੋਡ ਬਹੁਤ ਜ਼ਿਆਦਾ ਹੋ ਗਿਆ, ਘਰ ਹੋਰ ਕੋਈ ਵੀ ਹੈ ਨਹੀਂ ਟੇਕ ਕੇਅਰ ਕਰਨ ਵਾਲਾ। ਮੈਨੂੰ ਮਜਬੂਰਨ ਆਪਣਾ ਕੰਮ ਜਿਹੜਾ ਹੈਗਾ ਹੌਲੀ ਹੌਲੀ ਬਾਈਂਡ ਕਰਨਾ ਸ਼ੁਰੂ ਕਰ ਦਿੱਤਾ ਮੈਂ। ਜਿਸ ਤਰ੍ਹਾਂ ਹੀ ਮੇਰੀ ਪਹਿਲੀ ਬੇਟੀ ਦਾ ਬਰਥ ਹੋਇਆ 2013 ਦੇ ਵਿੱਚ, ਅਤੇ ਮੈਂ ਫਰਵਰੀ ਦੇ ਵਿੱਚ 2013 ਦੇ ਵਿੱਚ ਮੈਂ ਆਪਣੇ ਕੰਮ ਬਿਜ਼ਨਸ ਨੂੰ ਬਿਲਕੁਲ ਹੀ ਲੋਕ ਲਗਾ ਦਿੱਤਾ, ਬੰਦ ਕਰ ਦਿੱਤਾ। ਅਤੇ ਉਹ ਜਿਹੜੇ ਇਨ ਬਿਟਵੀਨ ਮੈਂ ਆਪਣੀ ਖੇਤੀ ਕਰ ਰਿਹਾ ਸੀ ਨਾਲ ਦੀ ਨਾਲ, ਮੈਂ ਪੂਰਾ ਉਹਦੇ ਵਿੱਚ ਆਪਣਾ ਟਾਈਮ ਦੇਣਾ ਸ਼ੁਰੂ ਕਰ ਦਿੱਤਾ, ਕਿਉਂਕਿ ਬੱਚੇ ਦੀ ਪਰਵਰਿਸ਼ ਵੀ ਕਰਨੀ ਹੈਗੀ ਆ, ਮਿਸੇਜ ਆਪਣੀ ਸਟੱਡੀ ਦੇ ਵਿੱਚ ਹੈਗੇ ਆ, ਅਤੇ ਮੇਰੇ ਕੋਲ ਹੋਰ ਕੋਈ ਆਪਸ਼ਨ ਵੀ ਹੈ ਨਹੀਂ ਸੀ ਕਿ ਮੈਂ ਖੇਤੀ ਸਵੇਰੇ ਸ਼ਾਮ ਕਰ ਲਾਂ। ਜਦੋਂ ਮਿਸੇਜ ਹੈਗੇ ਆ ਤਾਂ ਮੈਂ ਖੇਤੀ ਦਾ ਕੰਮ ਕਰ ਲਵਾਂ। ਮੈਂ ਕੁਛ ਪੱਕੀਆਂ ਫਸਲਾਂ ਤੋਂ ਸ਼ੁਰੂਆਤ ਕੀਤੀ ਸੀ। ਜਿੱਦਾਂ ਜਿੱਦਾਂ ਬੇਟੀ ਥੋੜ੍ਹੀ ਵੱਡੀ ਹੁੰਦੀ ਗਈ, ਮਿਸਿਸ ਦੀ ਸਟੱਡੀ ਕੰਪਲੀਟ ਹੋ ਗਈ, ਉਹ ਜੋਬ ਦੇ ਵਿੱਚ ਆ ਗਏ, ਕੁਛ ਟਾਈਮ ਉਹਨਾਂ ਨੂੰ ਵੀ ਮਿਲਣਾ ਸ਼ੁਰੂ ਹੋ ਗਿਆ ਬੱਚੇ ਦੀ ਟੇਕ ਕੇਅਰ ਕਰਨ ਵਾਸਤੇ। ਅਤੇ ਮੈਂ ਆਪਣਾ ਪੂਰੇ ਦਾ ਪੂਰਾ ਕੰਮ ਜਿਹੜਾ ਹੈਗਾ 2013 ਤੋਂ ਮਿਡ ਤੋਂ ਪੂਰਾ 100% ਮੈਂ ਆਪਣਾ ਖੇਤੀ 'ਚ ਇਨਵੋਲਵਮੈਂਟ ਮੇਰੀ ਹੋ ਗਈ ਸ਼ੁਰੂਆਤ। ਫਿਰ ਜਿਹੜੀ ਹੈਗੀ ਮੇਰੀ ਸਟਾਰਟਿੰਗ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਘੀਆ ਵਗੈਰਾ ਬੀਜਿਆ 9 ਕਨਾਲ ਦੇ ਵਿੱਚ। ਘੀਏ ਦੀ ਇਨਕਮ ਜਿਹੜੀ ਹੈਗੀ 1,35,000 ਦੇ ਕਰੀਬ ਮੈਂ ਉੱਥੋਂ ਕਮਾਈ ਕੀਤੀ। ਅਗਰ ਖਰਚਾ ਉਹਦੇ ਵਿੱਚ 10,000 ਰੁਪਇਆ ਖਰਚਾ, ਕਿਉਂਕਿ ਸਾਰੀ ਲੇਬਰ ਮੈਂ ਖੁਦ ਹੀ ਕੀਤੀ। ਬੀਜ ਬਿਜਾਈ ਤੋਂ ਲੈ ਕੇ ਗੁੱਡ ਗਡਾਈ, ਤੋੜ ਤੜਾਈ, ਮੰਡੀਕਰਨ, ਸਾਰਾ ਕੁਝ ਖੁਦ ਕੀਤਾ ਮੈਂ। ਬੜਾ ਮੁਸ਼ਕਲ ਕੰਮ ਸੀ। ਯੂਜ਼ ਟੂ ਮੈਂ ਚਲੋ ਥੋੜ੍ਹਾ ਇੱਕ ਬੰਦੇ ਦਾ ਨਾ ਲੈਵਲ ਹੁੰਦਾ ਕਿ ਮੈਂ ਫਿਜ਼ੀਕਲੀ ਬੜਾ ਫਿੱਟ ਸੀ। ਪਲੇਅਰ ਹੋਣ ਕਰਕੇ ਸਟੈਮਨਾ ਦੀ ਮੈਨੂੰ ਕੋਈ ਘਾਟ ਨਹੀਂ ਸੀ ਹੈਗੀ ਆ। ਆਪਣੇ ਸੈਲਫ ਮੋਟੀਵੇਟ ਕਰਨ ਵਾਲਾ ਸੀ ਮੈਂ। ਮੇਰਾ ਸੁਭਾਅ ਥੋੜ੍ਹਾ ਪਹਿਲਾਂ ਤੋਂ ਚੈਲੰਜ ਨੂੰ ਐਕਸੈਪਟ ਕਰਨ ਵਾਲਾ ਰਿਹਾ। ਚਲੋ ਮੈਂ ਹੌਲੀ ਹੌਲੀ ਕੀਤਾ। 1,35,000 ਦੀ ਜਦੋਂ ਇਨਕਮ ਮੈਨੂੰ ਹੋਈ, ਉਹਦੇ ਵਿੱਚੋਂ ਖਰਚੇ ਕੱਢ ਕਢਾ ਕੇ ਮੈਂ ਲਗਭਗ 1.25 ਲੱਖ ਦੇ ਨੇੜੇ ਤੇੜੇ ਮੈਨੂੰ ਬਹੁਤ ਵਧੀਆ ਇਨਕਮ ਹੋ ਗਈ। ਫਿਰ ਮੈਂ ਜਦੋਂ ਦੇਖਿਆ ਕਿ ਅਗਰ ਬਿਨਾਂ ਕੁਛ ਖਾਦ ਪਾਏ ਤੋਂ ਹੀ ਇੱਦਾਂ ਹੋਇਆ,
ਹਾਂ, ਇੱਕ ਚੀਜ਼ ਮੈਂ ਵਿੱਚ ਕੋਰਿਲੇਟ ਕਰਦਾ ਕਿ ਇਹ ਸਾਰੀ ਪ੍ਰੀ ਪਲਾਨ ਨਹੀਂ ਸੀ। ਜਿਹੜੀ ਚੀਜ਼ ਦਾ ਮੇਰਾ ਮਨ ਕਰੀ ਗਿਆ ਮੈਂ ਬੀਜੀ ਗਿਆ, ਬਟ ਰੱਬ ਸਬੱਬੀ ਉਹਨਾਂ ਦਾ ਬਾਅਦ ਦੇ ਵਿੱਚ ਮੈਨੂੰ ਗੱਲ ਸਮਝ ਲੱਗੀ ਕਿ ਮੇਰੀ ਸਕਸੈਸ ਕਿਵੇਂ ਬਣੀ। ਮੈਂ ਰੂਟ ਜ਼ੋਨ ਦਾ ਬਿਲਕੁਲ ਵੀ ਬਿਨਾਂ ਸੋਚੇ ਸਮਝੇ ਉਸ ਰੂਲ ਨੂੰ ਮੈਂ ਆਪਣੇ ਕੰਮ ਦੇ ਵਿੱਚ ਲੈ ਆਇਆ। ਮੈਨੂੰ ਖੁਦ ਨਹੀਂ ਸੀ ਪਤਾ ਕਿ ਮੈਂ ਲੈ ਆਇਆ, ਪਰ ਉਹ ਰੱਬ ਸਬੱਬੀ ਆ ਗਿਆ, ਕਿਉਂਕਿ ਮੇਰੀ ਸ਼ਾਇਦ ਇਸ ਫੀਲਡ ਵਿੱਚ ਆ ਕੇ ਮੈਨੂੰ ਪੋਪੂਲੈਰਿਟੀ ਮਿਲਣੀ ਸੀ, ਮੈਂ ਇਹਦੇ ਵਿੱਚ ਮਿਹਨਤ ਕਰਨੀ ਸੀ, ਮੇਰੇ ਲਈ ਅਗਲਾ ਫਿਊਚਰ ਇਹਦੇ ਵਿੱਚ ਤਿਆਰ ਹੋਣਾ ਸੀ, ਤਾਂ ਪਰਮਾਤਮਾ ਨੇ ਇੱਕ ਵਿਧ ਬਣਾਤੀ। ਮੈਂ ਹੌਲੀ ਹੌਲੀ ਅੱਗੇ ਵੱਧਦਾ ਗਿਆ, ਨਾਲ ਦੀ ਨਾਲ ਮੈਂ ਸਿੱਖਦਾ ਗਿਆ ਇਹਦੇ ਵਿੱਚੋਂ। ਜਿੰਨਾ ਮੈਂ ਸਿੱਖੀ ਗਿਆ ਉਨਾ ਹੀ ਮੈਨੂੰ ਇਹਦੇ ਵਿੱਚ ਮਜ਼ਾ ਆਉਣਾ ਸ਼ੁਰੂ ਹੋ ਗਿਆ। ਨਾਲ ਦੀ ਨਾਲ ਮੈਨੂੰ ਇਨਕਮ ਵੀ ਵਧੀਆ ਮੇਰੀ ਬਣਨੀ ਸ਼ੁਰੂ ਹੋ ਗਈ। ਦੇਖੋ, ਕੰਮ ਕੋਈ ਵੀ ਆਪਾਂ ਕਰਦੇ ਹਾਂ ਉਹਦੇ ਵਿੱਚ ਕੁਝ ਜਿਹੜੇ ਕਿ ਸਾਡੇ ਲਾਲਚ ਹੁੰਦੇ ਆ, ਕੁਝ ਸਾਡੇ ਸ਼ੌਂਕ ਹੁੰਦੇ ਆ, ਕੁਝ ਸਾਡੀ ਮਜਬੂਰੀ ਹੁੰਦੀ ਹੈ। ਤਾਂ ਇਹਦੇ ਵਿੱਚ ਮੇਰੀ ਮਜਬੂਰੀ ਜਿੱਥੇ ਹੈਗੀ ਸੀ ਕਿ ਮੈਨੂੰ ਇਨਕਮ ਚਾਹੀਦੀ ਸੀ, ਨਾਲ ਦੀ ਨਾਲ ਮੇਰਾ ਪਰਸਨਲ ਇਹ ਸ਼ੌਂਕ ਸੀ ਕਿ ਮੈਂ ਖੇਤੀ ਦੇ ਨਾਲ ਕਦੇ ਆਪਣੇ ਆਪ ਨੂੰ ਤੋੜ ਨਹੀਂ ਸਕਿਆ ਸੀ। ਮੇਰਾ ਉਹ ਵੀ ਸ਼ੌਂਕ ਪੂਰਾ ਹੋਣਾ ਸ਼ੁਰੂ ਹੋ ਗਿਆ। ਤੀਜਾ, ਮੈਨੂੰ ਇਨਕਮ ਜਨਰੇਟ ਹੋਣੀ ਸ਼ੁਰੂ ਹੋ ਗਈ। ਤਾਂ ਮੇਰੇ ਕੋਲ ਇੰਨੀ ਕੁ ਇਨਕਮ ਹੋ ਜਾਂਦੀ ਸੀ ਕਿ ਮੇਰਾ ਘਰ ਦਾ ਵਧੀਆ, ਮੇਰਾ ਖਰਚਾ ਵਧੀਆ ਚੱਲ ਰਿਹਾ ਸੀ। ਤਾਂ ਮੈਂ ਐਕਸਪੈਰੀਮੈਂਟ ਕਰਨੇ ਸ਼ੁਰੂ ਕਰ ਦਿੱਤੇ। ਕਿਉਂ ਨਾ ਐਕਸਪੈਰੀਮੈਂਟ ਕੀਤੇ ਜਾਣ, ਅਗਰ ਮੈਂ ਅਫੋਰਡ ਕਰ ਰਿਹਾ ਹੈਗਾ ਤਾਂ। ਹੌਲੀ ਹੌਲੀ ਐਕਸਪੈਰੀਮੈਂਟ ਕਰਦਾ ਮੈਨੂੰ ਸਕਸੈਸ ਮੇਰੀ ਜਿਹੜੀ ਹੈਗੀ ਬਹੁਤ ਜ਼ਿਆਦਾ ਵਧੀਆ ਹੋਣੀ ਸ਼ੁਰੂ ਹੋ ਗਈ। ਇਸੇ ਦੌਰਾਨ ਮੇਰਾ ਖੇਤੀ ਵਿਰਾਸਤ ਮਿਸ਼ਨ ਦੇ ਨਾਲ ਮੇਰਾ ਰਾਬਤਾ ਕਾਇਮ ਹੋ ਗਿਆ। ਉਹ ਵੀ ਸਬੱਬ ਇਸ ਤਰ੍ਹਾਂ ਬਣਿਆ ਕਿ ਮੈਂ ਬਰੋਕਲੀ ਬੀਜੀ ਸੀ। ਬਰੋਕਲੀ ਦਾ ਮੰਡੀਕਰਨ ਨਹੀਂ ਹੋ ਰਿਹਾ ਸੀ, ਅਤੇ ਮੇਰੇ ਸਹੁਰੇ ਪਰਿਵਾਰ ਵੱਲੋਂ ਰਿਸ਼ਤੇਦਾਰ ਸੀ ਅੱਗੇ, ਉਹਨਾਂ ਨੇ ਮੈਨੂੰ ਵੈਸੇ ਗੱਲ ਹੋਈ ਇਸ ਬਾਰੇ, ਉਹਨਾਂ ਨੇ ਮੈਨੂੰ ਖੇਤੀ ਵਿਰਾਸਤ ਮਿਸ਼ਨ ਦਾ ਨੰਬਰ ਦੇ ਦਿੱਤਾ। ਮੈਂ ਖੇਤੀ ਵਿਰਾਸਤ ਮਿਸ਼ਨ ਦੇ ਦਫ਼ਤਰ ਵਿੱਚ ਗੱਲ ਕੀਤੀ, ਅਤੇ ਉਸ ਗੱਲ ਦੇ ਦੌਰਾਨ ਜਿਹੜਾ ਹੈਗਾ ਮੈਨੂੰ ਉਹਨਾਂ ਨੇ 1-2 ਕੰਟੈਕਟ ਦਿੱਤੇ ਚੰਡੀਗੜ੍ਹ ਦੇ, ਬਟ ਮੇਰੀ ਗੱਲ ਉਹਨਾਂ ਨਾਲ ਨਹੀਂ ਬਣ ਪਾਈ। ਮਜਬੂਰਨ ਮੈਨੂੰ ਬਰੋਕਲੀ 4 ਕਨਾਲ ਦੇ ਕਰੀਬ ਖੇਤ ਵਿੱਚ ਹੀ ਵਾਹੁਣੀ ਪਈ। ਪਰ ਇੱਕ ਚੀਜ਼ ਮੈਨੂੰ ਹੋ ਗਈ ਇਹਦੇ ਵਿੱਚ ਕਿ ਬਰੋਕਲੀ ਇੱਕ ਟਰੈਕ ਤੋਂ ਹਟ ਕੇ ਸੀ ਚੀਜ਼, ਔਰ ਮੇਰੀ ਜਿਸ ਤਰ੍ਹਾਂ ਪੇਂਡੂ ਲੋਕਾਂ ਦਾ ਵਿੱਚ ਹੁੰਦਾ ਕਿ ਚਲੋ ਕਿਸੇ ਨੇ ਵੀ ਤੋੜ ਲਈ ਤਾਂ ਅਸੀਂ ਮਾਈਂਡ ਨਹੀਂ ਕਰਦੇ, ਜਿਹਨੇ ਤੋੜ ਲਈ ਕੋਈ ਦਿੱਕਤ ਨਹੀਂ ਹੈਗੀ, ਕਿਉਂਕਿ ਸਾਰੇ ਆਪਣੇ ਆਪਸ ਵਿੱਚ ਆਪਣੇ ਆਪ ਨੂੰ ਆਪਣਾ ਸਮਝਦੇ ਆ ਕਿ ਕੋਈ ਗੱਲ ਨਹੀਂ, ਉਹ ਫਲਾਨਿਆਂ ਦਾ ਖੇਤ ਹੈਗਾ, ਅਸੀਂ ਉੱਥੇ ਆਨੇ ਜਾਂਦੇ, ਕੋਈ ਦਿੱਕਤ ਨਹੀਂ, ਕੁਛ ਨਹੀਂ ਕਹਿੰਦੇ। ਚਲੋ ਸਾਨੂੰ ਵੀ ਇਹ ਹੁੰਦਾ ਕਿ ਰੂਟੀਨ 'ਚ ਸਾਡੇ ਖੇਤਾਂ ਵਿੱਚ ਆਉਂਦੇ ਹੈਗੇ ਆ, 2 ਫੁੱਲ ਤੋੜ ਲਏ, 4 ਤੋੜ ਲਏ ਤਾਂ ਕੁਛ ਨਹੀਂ ਫਰਕ ਪੈਂਦਾ। ਪਰ ਮੇਰੀ ਬਰੋਕਲੀ ਦਾ ਫੁੱਲ ਕਿਸੇ ਨੇ ਵੀ ਨਹੀਂ ਤੋੜਿਆ। ਮੇਰੇ ਬੰਦ ਗੋਭੀ ਨਾਲ ਸੀ, ਚੁਕੰਦਰ ਨਾਲ ਸੀ, ਬੰਦ ਗੋਭੀ ਵੀ ਤੋੜੀ ਗਈ, ਚੁਕੰਦਰ ਵੀ ਪੁੱਟਿਆ ਗਿਆ, ਪਰ ਬਰੋਕਲੀ ਦਾ ਸਿੰਗਲ ਵੀ ਫੁੱਲ ਨਹੀਂ ਤੋੜਿਆ। ਉਹਦਾ ਕਾਰਨ ਇਹ ਵੀ ਹੋ ਸਕਦਾ ਉਹਨਾਂ ਦਾ ਨਿਊ ਸਪੀਸੀਜ਼, ਲੋਕਾਂ ਨੂੰ ਪਤਾ ਹੀ ਨਹੀਂ ਸੀ ਬਰੋਕਲੀ ਕੀ ਹੁੰਦੀ। ਉਹਨਾਂ ਦੇ ਭਾਅ ਤਾਂ ਇਹ ਸੀ ਕਿ ਗੋਭੀ ਖਰਾਬ ਹੋ ਗਈ, ਗੋਭੀ ਜਿਹੜੀ ਹੈਗੀ ਹਰੀ ਗੋਭੀ ਹੋ ਗਈ ਹੈ, ਇਹ ਕੋਈ ਪ੍ਰੋਬਲਮ ਆ ਗਈ ਹੋਣੀ ਹੈ, ਕੋਈ ਪ੍ਰੋਬਲਮ ਆ ਗਈ, ਉਹ ਖਰਾਬ ਹੋ ਗਈ। ਉਸ ਚੀਜ਼ ਤੋਂ ਮੈਨੂੰ ਥੋੜਾ ਹੌਸਲਾ ਵੱਧ ਗਿਆ ਵੀ ਠੀਕ ਹੈ ਯਾਰ, ਇਹ ਤਾਂ ਲੋਕਾਂ ਨੂੰ ਪਤਾ ਨਹੀਂ ਹੈਗਾ, ਇਹੀ ਬੀਜੀ ਜਾਵੇ, ਸ਼ਾਇਦ ਹੋ ਸਕਦਾ ਇਹਦੀ ਮਾਰਕੀਟ ਵਧੀਆ ਹੋਵੇ। ਤਾਂ ਕੁਛ ਉਦੋਂ ਮਾਰਕੀਟ ਨਾ ਹੋਣ ਕਰਕੇ ਮੈਂ ਹੌਲੀ ਹੌਲੀ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ ਕਿ ਅਗਰ ਬਰੋਕਲੀ ਮੈਂ ਬੀਜਦਾ, ਇੰਨੀ ਵਧੀਆ ਚੀਜ਼ ਹੈਗੀ ਹੈ, ਇਹਦਾ ਰੇਟ ਵੀ ਉੱਪਰ ਹੈਗਾ, ਤਾਂ ਮੈਂ ਕਿਉਂ ਨਾ ਬਰੋਕਲੀ ਬੀਜਾਂ। ਅਗਲੇ ਸਾਲ ਮੈਂ 4 ਦੀ ਬਜਾਏ ਸਿਰਫ 1 ਕਨਾਲ ਬੀਜੀ, ਕਿਉਂਕਿ ਪਿਛਲੇ ਸਾਲ ਮੇਰੀ ਵਿਕੀ ਨਹੀਂ ਸੀ ਹੈਗੀ। ਫਿਰ 1 ਕਨਾਲ ਤੋਂ ਜਦੋਂ ਸਟਾਰਟ ਹੋਈ ਉਹ ਮੇਰੀ ਵਿਕ ਗਈ, ਮੈਨੂੰ ਇਨਕਮ ਮਿਲੀ, ਬਟ ਮੈਂ ਨਾਲ ਦੀ ਨਾਲ ਹੋਰ ਕੁਛ ਚੀਜ਼ਾਂ ਬੀਜ ਲਈਆਂ ਕਿ ਜਿਹਦੇ ਨਾਲ ਅਗਰ ਮੇਰੀ ਇਹਦੇ ਵਿੱਚ ਥੋੜ੍ਹੀ ਦਿੱਕਤ ਆ ਰਹੀ ਸੀ ਤਾਂ ਮੇਰੀ ਦੂਜੀਆਂ ਚੀਜ਼ਾਂ ਮੇਰੀਆਂ ਵਿਕਣੀਆਂ ਸ਼ੁਰੂ ਹੋ ਗਈਆਂ। ਕਰਦੇ ਕਰਾਉਂਦੇ 2015 ਸਾਲ ਦੇ ਵਿੱਚ ਜਿਹੜੀ ਹੈਗੀ, ਜਿਸ ਤਰ੍ਹਾਂ ਮੈਂ ਖੇਤੀ ਵਿਰਾਸਤ ਮਿਸ਼ਨ 2013-14 ਵਿੱਚ ਮਿਲ ਗਿਆ ਸੀ, ਰਲ ਗਿਆ ਸੀ। 2015 ਵਿੱਚ ਖੇਤੀ ਵਿਰਾਸਤ ਮਿਸ਼ਨ ਨੇ ਜਿਹੜੀ ਕਿ ਸਾਡੀ ਮਾਰਕੀਟ ਦੀ ਸ਼ੁਰੂਆਤ ਕੀਤੀ, ਜਿਹਦੇ ਵਿੱਚ ਵੇਚਣ ਵਾਲੇ ਫਾਰਮਰ ਅਤੇ ਖਰੀਦਣ ਵਾਲੇ ਗ੍ਰਾਹਕ ਉਹਨਾਂ ਇਕੱਠਿਆਂ ਨੂੰ ਇੱਕ ਮੰਚ ਉੱਤੇ ਲੈ ਆਏ। ਕੋਈ ਵਿਚੋਲੀਆ ਨਹੀਂ, ਕੋਈ ਕੁਛ ਨਹੀਂ ਹੈਗਾ, ਜਿਹਦੇ ਕਾਰਨ ਸਾਡਾ ਸਿੱਧੀ ਇੰਟਰੈਕਸ਼ਨ ਜਿਹੜੀ ਹੈਗੀ ਕਸਟਮਰ ਨਾਲ ਹੋ ਗਈ। ਅਸੀਂ ਚੀਜ਼ਾਂ ਲੈ ਕੇ ਜਾਂਦੇ ਸੀ, ਉਹ ਸਾਡੀਆਂ ਚੀਜ਼ਾਂ ਹੱਥੋਂ ਹੱਥੀ ਖਰੀਦਣੀਆਂ ਸ਼ੁਰੂ ਕਰ ਦਿੱਤੀਆਂ, ਔਰ ਇੱਕ ਪ੍ਰੀਮੀਅਮ ਪ੍ਰਾਈਸ ਦੇ ਉੱਤੇ। ਮੀਨਸ ਕਿ ਸਾਡੀ ਔਰਗੈਨਿਕ ਨੂੰ ਉਹਨਾਂ ਨੇ ਐਕਸੈਪਟ ਕੀਤਾ, ਐਪਰੀਸ਼ੀਏਟ ਕੀਤਾ, ਔਰ ਦੈਨ ਬਾਈ ਕੀਤਾ। ਸਾਨੂੰ ਹੌਲੀ ਹੌਲੀ ਉਹਦੇ ਨਾਲ ਜਿਹੜਾ ਹੈਗਾ ਸਾਡਾ ਦਾਇਰਾ ਜਿਹੜਾ ਵੱਧਦਾ ਗਿਆ। ਮਾਰਕੀਟ ਦੀ ਸ਼ੁਰੂਆਤ ਸਾਡੀ ਹੋ ਗਈ, ਉਸ ਤੋਂ ਬਾਅਦ ਅਸੀਂ ਲਗਾਤਾਰ ਕਸਟਮਰ ਦਾ ਕਾਫਲਾ ਵੀ ਵੱਧਦਾ ਗਿਆ, ਸਾਡੀ ਡਾਇਵਰਸਿਟੀ ਵੀ ਵੱਧਦੀ ਗਈ। ਜਿਹੋ ਜਿਹੀ ਲੋਕਾਂ ਦੀ ਡਿਮਾਂਡ ਸੀ ਅਸੀਂ ਉਹ ਚੀਜ਼ਾਂ ਦੇ ਉੱਤੇ ਉਹਨਾਂ ਦੀ ਬਿਜਾਈ ਕਰਨੀ ਸ਼ੁਰੂ ਕਰ ਦਿੱਤੀ। ਜਿਨ੍ਹਾਂ ਚੀਜ਼ਾਂ ਬਾਰੇ ਕੁਛ ਨਹੀਂ ਸੀ ਪਤਾ, ਉਹਨਾਂ ਚੀਜ਼ਾਂ ਨੂੰ ਵੀ ਬੀਜਣਾ ਸ਼ੁਰੂ ਕੀਤਾ। ਜਿੱਥੋਂ ਵੀ ਸੀਡ ਮਿਲਿਆ ਲੈ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ, ਅਤੇ ਜਲਦੀ ਹੀ ਜਿਹੜਾ ਹੈਗਾ ਇੱਕ ਵਧੀਆ ਸਾਡਾ ਇਨਕਮ ਜਨਰੇਟ ਹੋਣੀ ਸ਼ੁਰੂ ਹੋ ਗਈ।
ਫਿਰ ਸਾਡੇ ਕੋਲ ਐਕਸਪੀਰੀਅੰਸ ਅੱਗੇ ਅੱਗੇ ਹੌਲੀ ਹੌਲੀ ਵੱਧਦਾ ਗਿਆ। ਖੇਤਾਂ ਦੀ, ਜ਼ਮੀਨ ਦੀ ਸਾਰਾ ਕੁਝ ਸਮਝ ਲੱਗਦੀ ਗਈ। ਲੋਕਾਂ ਖਰੀਦਣ ਵਾਲਿਆਂ ਦੀਆਂ ਚੁਆਇਸਿਸ ਜਿਹੜੀਆਂ ਹੈਗੀਆਂ ਉਹਨਾਂ ਨੂੰ ਫੁੱਲਫਿਲ ਕਰਨਾ ਸ਼ੁਰੂ ਕੀਤਾ। ਅਤੇ ਐਜ ਏ ਰਿਜ਼ਲਟ 2015 ਤੋਂ ਲੈ ਕੇ 2021 ਐਂਡ ਹੋਣ ਵਾਲਾ ਆ। ਲੋਕਾਂ ਨੇ ਬੜਾ ਪਿਆਰ ਦਿੱਤਾ, ਸਾਥ ਦਿੱਤਾ ਜਿਹੜਾ ਹੈਗਾ। ਅੱਜ ਇਸੇ ਸਾਥ ਦੀ ਬਦੌਲਤ ਹੀ ਮੈਂ ਤੁਹਾਡੇ ਸਾਹਮਣੇ ਫੇਰ ਦੁਬਾਰਾ ਬੈਠਾ ਹੈਗਾ। ਨੇਮ ਫੇਮ ਸਭ ਕੁਛ ਮਿਲਿਆ, ਕਮਾਈ ਵੀ ਪੂਰੀ ਮਿਲੀ ਆ। ਮੈਂ ਬਿਲਕੁਲ ਖੁਸ਼ ਹਾਂ, ਸੈਟਿਸਫਾਈਡ ਹਾਂ। ਜਿੰਨੀਆਂ ਮੇਰੀਆਂ ਜ਼ਰੂਰਤਾਂ ਸੀ ਮੇਰੀ ਇਸ ਔਰਗੈਨਿਕ ਖੇਤੀ ਨੇ ਮੇਰੀਆਂ ਪੂਰੀਆਂ ਕੀਤੀਆਂ ਹੈਗੀਆਂ। ਕੁਦਰਤ ਦੇ ਨਾਲ ਜੁੜ ਕੇ ਬੈਠਣ ਦਾ, ਕੁਦਰਤ ਦੇ ਵਿੱਚ ਮਿਹਨਤ ਕਰਨ ਦਾ ਫਲ ਬੜਾ ਹੈਗਾ। ਕੁਦਰਤ ਕਦੇ ਵੀ ਕਿਸੇ ਨੂੰ ਨਿਰਾਸ਼ ਨਹੀਂ ਕਰਦੀ। ਸਿਰਫ ਤੇ ਸਿਰਫ ਇੱਕ ਚੀਜ਼ ਹੈਗੀ, ਕੁਦਰਤ ਦੇ ਡਿਸਿਪਲਨ ਦੇ ਵਿੱਚ ਚੱਲੋ। ਬੇਲੋੜੀਆਂ ਜਿਹੜੇ ਹੈਗੀਆਂ ਬਿਨਾਂ ਟਾਈਮ ਤੋਂ ਚੀਜ਼ਾਂ ਦੀ ਕਾਸ਼ਤ ਨਾ ਕਰੋ। ਜਦੋਂ ਕੁਦਰਤ ਦੀ ਸਪੋਰਟ ਹੁੰਦੀ ਆ ਉਹਨੂੰ, ਤਾਂ ਉਸ ਟਾਈਮ ਦੇ ਹਿਸਾਬ ਨਾਲ ਆਪਣੇ ਜਿਹੜੀ ਹੈਗੀ ਚੀਜ਼ਾਂ ਦੀ ਬਿਜਾਈ ਕਰੋ, ਤੁੜਾਈ ਕਰੋ, ਵੇਚੋ। ਜਿੱਥੇ ਕੁਦਰਤ ਦੀਆਂ ਟਾਈਮ ਦੇ ਹਿਸਾਬ ਨਾਲ ਚੀਜ਼ਾਂ ਬੀਜੀਆਂ ਵਿੱਚ ਜਿਹੜੇ ਹੈਗੇ ਆ ਨਿਊਟਰੀਐਂਟ ਹੈਗੇ ਆ, ਉਹਨਾਂ ਦੀ ਮਹੱਤਤਾ ਹੁੰਦੀ ਹੈ ਜ਼ਿਆਦਾ, ਉਹਨਾਂ ਦੀ ਵੈਲਿਊ ਬਹੁਤ ਜ਼ਿਆਦਾ ਵਧੀਆ ਹੁੰਦੀ ਆ। ਨਾਲ ਦੀ ਨਾਲ ਕੁਦਰਤ ਦੇ ਨਾਲ ਲੜਨ ਵਾਸਤੇ ਜਿਹੜੀ ਹੈਗੀ ਤੁਹਾਨੂੰ ਲੋੜ ਨਹੀਂ ਹੈਗੀ। ਕੁਦਰਤ ਉਹਨਾਂ ਫਸਲਾਂ ਨੂੰ ਆਪ ਹੀ ਪਾਲਦਾ, ਕਿਉਂਕਿ ਮੌਸਮ, ਪੌਣ ਪਾਣੀ, ਧੁੱਪ, ਹਵਾ, ਇਹ ਸਾਰੀਆਂ ਚੀਜ਼ਾਂ ਉਸ ਚੀਜ਼ ਨੂੰ ਸਪੋਰਟ ਕਰਦੀਆਂ। ਅਤੇ ਤੁਹਾਨੂੰ ਸਿਰਫ ਇਹੀ ਹੈ ਕਿ ਤੁਹਾਨੂੰ ਆਪਣੀ ਉਸ ਕੁਦਰਤ ਦੇ ਡਿਸਿਪਲਨ ਨੂੰ ਸਮਝਣ ਦੀ ਜ਼ਰੂਰਤ ਆ। ਮੇਰਾ ਇਹੀ ਕਹਿਣਾ ਹੈ, ਮੈਂ ਕੁਦਰਤ ਨੂੰ ਸਮਝਣ ਦੀ ਛੋਟੀ ਜਿਹੀ ਕੋਸ਼ਿਸ਼ ਕੀਤੀ ਅਤੇ ਮੈਨੂੰ ਇਸ ਦੇ ਵਿੱਚ ਕੁਦਰਤ ਨੇ ਬਹੁਤ ਹੀ ਕੁਛ ਦਿੱਤਾ ਹੈ। ਤਾਂ ਸਰ, ਜਿੱਦਾਂ ਤੁਸੀਂ ਗੱਲ ਕੀਤੀ ਆਪਣੇ ਸਾਰੇ ਤਜਰਬੇ ਦੀ, ਕਿਵੇਂ ਕਿਵੇਂ ਤੁਸੀਂ ਸ਼ੁਰੂਆਤ ਕੀਤੀ, ਬਾਕੀ ਸਾਰੀ ਚੀਜ਼ਾਂ ਕੀਤੀਆਂ। ਔਰਗੈਨਿਕ ਫਾਰਮਿੰਗ ਦੇ ਵਿੱਚ ਨਾ ਸਿਰਫ ਪੰਜਾਬ ਨੂੰ ਨਹੀਂ, ਪੂਰੇ ਦੇਸ਼ 'ਚ ਵੀ ਇਹੀ ਕਿਹਾ ਜਾਂਦਾ। ਜ਼ਿਆਦਾਤਰ ਕਿਸਾਨ ਇਹੀ ਕਹਿੰਦੇ ਕਿ ਮਾਰਕੀਟਿੰਗ ਦੀ ਪ੍ਰੋਬਲਮ ਹੁੰਦੀ ਆ, ਉਹ ਇੰਨੀ ਲਾਹੇਮੰਦ ਨਹੀਂ ਹੈਗੀ ਆ। ਆਖਿਰ ਤੁਸੀਂ ਵੀ ਇਹ ਸਾਰੀ ਚੀਜ਼ਾਂ ਹੰਢਾਈਆਂ ਨੇ ਅਤੇ ਉਹਦੇ ਉੱਤੇ ਸਫਲਤਾ ਵੀ ਪ੍ਰਾਪਤ ਕੀਤੀ ਆ। ਅਤੇ ਇਹ ਕਿਸਾਨਾਂ ਨੂੰ ਤੁਸੀਂ ਦੱਸੋ ਕਿ ਇਹ ਕਿੱਦਾਂ ਪ੍ਰੋਬਲਮ ਸੋਲਵ ਕੀਤੀ ਜਾ ਸਕਦੀ ਹੈ? ਇਹ ਦੇਖੋ, ਸਭ ਤੋਂ ਪਹਿਲਾਂ ਮੈਂ ਥੋੜ੍ਹਾ ਦੋਨਾਂ ਦੇ ਕਮਰਸ਼ੀਅਲ ਫਾਰਮਿੰਗ ਔਰ ਔਰਗੈਨਿਕ ਫਾਰਮਿੰਗ ਦੇ ਵਿੱਚ ਵਖਰੇਵੇਂ ਦੀ ਗੱਲ ਕਰਾਂਗਾ। ਅਸੀਂ ਜਦੋਂ ਔਰਗੈਨਿਕ ਫਾਰਮਿੰਗ ਨੂੰ ਕਮਰਸ਼ੀਅਲ ਫਾਰਮਿੰਗ ਦੀ ਤਰ੍ਹਾਂ ਕਰਦੇ ਹਾਂ, ਲਾਈਕ ਮੋਨੋਕਲਚਰ ਦੇ ਟਾਈਪ ਕਰਦੇ ਹਾਂ, ਤਾਂ ਸਾਡੀਆਂ ਮੁਸ਼ਕਲਾਂ ਵੱਧ ਜਾਂਦੀਆਂ, ਕਿਉਂਕਿ ਵੋਲੀਊਮ ਬਹੁਤ ਜ਼ਿਆਦਾ ਹੁੰਦਾ ਫਸਲ ਦਾ, ਔਰ ਸਾਡੇ ਕੋਲ ਬਾਇਰ ਜਿਹੜੇ ਹੈਗੇ ਉਹ ਖਰੀਦਣ ਵਾਲੇ ਥੋੜ੍ਹੇ ਹੁੰਦੇ ਆ। ਕਿਉਂਕਿ ਸਾਡੀ ਜਿੰਨੀ ਦੇਰ ਤੱਕ ਮਾਰਕੀਟ ਦੇ ਵਿੱਚ ਸਾਡੀ ਗੁੱਡਵਿਲ ਨਹੀਂ ਬਣਦੀ, ਲੋਕਾਂ ਨਾਲ ਜਾਣ ਪਹਿਚਾਣ ਨਹੀਂ ਹੁੰਦੀ, ਉਨੀ ਦੇਰ ਤੱਕ ਸਾਨੂੰ ਮਾਰਕੀਟ ਦੀ ਦਿੱਕਤ ਰਹਿੰਦੀ ਹੈ। ਅਗਰ ਤੁਹਾਡੇ ਕੋਲ ਇੱਕੋ ਹੀ ਤਰ੍ਹਾਂ ਦੀ ਚੀਜ਼ ਜ਼ਿਆਦਾ ਹੈਗੀ ਆ, ਆਪਾਂ ਸਪੋਜ਼ ਕਰੋ ਕਿ ਆਪਾਂ ਕਿਚਨ ਦੇ ਵਿੱਚ ਵੜਦੇ ਹੈਗੇ ਆ, ਅਤੇ ਕਿਚਨ ਦੇ ਵਿੱਚ ਅਗਰ ਸਿਰਫ ਅਤੇ ਸਿਰਫ ਤੁਹਾਡੇ ਆਟਾ ਹੈਗਾ ਆ, ਤਾਂ ਤੁਸੀਂ ਆਪਣੀ ਸਾਰੀ ਚੀਜ਼ਾਂ ਕੁੱਕ ਨਹੀਂ ਕਰ ਸਕਦੇ। ਤੁਹਾਨੂੰ ਉਸ ਆਟੇ ਤੋਂ ਬਿਨਾਂ ਤੁਹਾਨੂੰ ਸਬਜ਼ੀ, ਤੁਹਾਨੂੰ ਦਾਲਾਂ, ਤੁਹਾਨੂੰ ਮਸਾਲੇ, ਠੀਕ ਹੈ ਜੀ, ਤੁਹਾਨੂੰ ਤੇਲ ਜਿਹੜੇ ਹੈਗੇ ਆ, ਇਹ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ। ਠੀਕ ਹੈ ਜੀ। ਹੁਣ ਜਦੋਂ ਅਸੀਂ ਕੁਛ 2 ਜਾਂ 3 ਜਾਂ 4 ਆਪਾਂ ਮੋਨੋਕਲਚਰ ਟਾਈਪ ਦੀ ਅਗਰ ਕੁਝ ਚੀਜ਼ਾਂ ਉੱਤੇ ਫੋਕਸ ਹੋ ਜਾਂਦੇ ਹਾਂ, ਸਾਡੇ ਕੋਲ ਉਹ ਚੀਜ਼ਾਂ ਦੀ ਸੇਲ ਇਮੀਡੀਏਟਲੀ ਨਹੀਂ ਹੁੰਦੀ, ਤਾਂ ਅਸੀਂ ਕ੍ਰਾਈਸਿਸ ਦੇ ਵਿੱਚ ਆ ਜਾਂਦੇ ਹਾਂ। ਫਿਰ ਇੱਥੇ ਗੱਲ ਹੁਣ ਕਰਨੀ ਬਣਦੀ ਹੈਗੀ ਕਿ ਪੈਰੀਸ਼ੇਬਲ ਔਰ ਨਾਨ ਪੈਰੀਸ਼ੇਬਲ, ਮੈਂ ਦੋਨਾਂ ਦੇ ਵਿੱਚ ਹੀ ਕੰਮ ਕਰਨਾ ਸ਼ੁਰੂ ਕੀਤਾ। ਮੇਰੇ ਕੰਮ ਕਰਨ ਦਾ ਢੰਗ ਜਿਹੜਾ ਹੈਗਾ ਉਹ ਕਿਚਨ ਬੇਸਡ ਸੀ। ਕਿ ਕਿਚਨ ਦੇ ਵਿੱਚ ਮੈਂ ਆਪਣੇ ਸੁਭਾਅ ਦੇ ਹਿਸਾਬ ਨਾਲ, ਜਿਸ ਤਰ੍ਹਾਂ ਮੈਂ ਜ਼ਿਆਦਾਤਰ ਸਬਜ਼ੀਆਂ ਦੀ ਕਾਸ਼ਤ ਕੀਤੀ ਹੈਗੀ ਆ। ਸਬਜ਼ੀਆਂ ਇੱਕ ਸੀਜ਼ਨ ਦੇ ਵਿੱਚ, ਸਰਦੀਆਂ ਦੇ ਦਿਨਾਂ ਵਿੱਚ ਆਪਾਂ 35 ਤੋਂ 40 ਤਰ੍ਹਾਂ ਦੀਆਂ ਸਬਜ਼ੀਆਂ ਬੀਜ ਲੈਂਦੇ ਹਾਂ, ਕਿਉਂਕਿ ਮੈਂ ਇਹਦੇ ਵਿੱਚ ਐਗਜ਼ੋਟਿਕ ਵੀ ਜਿਹੜੀ ਹੈਗੀ ਇਨਕਲੂਡਡ ਕੀਤੀਆਂ ਹੈਗੀਆਂ, ਤਾਂ 35-40 ਦੀ, ਕੁਝ ਹਰਬਸ ਵੀ ਹੈਗੀਆਂ। ਇਹ ਸਾਰੀਆਂ ਕਰਕੇ ਮੇਰੇ ਤੋਂ 35 ਤੋਂ 40 ਤਰ੍ਹਾਂ ਦੀ ਮੇਰੇ ਕੋਲ ਵੈਰਾਈਟੀ ਹੋ ਜਾਂਦੀ ਹੈ। ਅਤੇ ਗਰਮੀਆਂ ਵਿੱਚ ਵੀ ਜਿਹੜੀ ਹੈਗੀ ਲਗਭਗ 15 ਤੋਂ ਲੈ ਕੇ 20-22 ਤੱਕ ਮੇਰੇ ਕੋਲ ਗਿਣਤੀ ਹੁੰਦੀ ਹੈ। ਰਲਾ ਮਿਲਾ ਕੇ ਜਦੋਂ ਪੱਕੀਆਂ ਫਸਲਾਂ ਔਰ ਪੈਰੀਸ਼ੇਬਲ ਨੂੰ ਰਲਾ ਕੇ ਮੈਂ ਇੱਕ ਸਾਲ ਦੇ ਵਿੱਚ 70 ਤਰ੍ਹਾਂ ਦੀਆਂ ਫਸਲਾਂ ਦੀ ਜਿਹੜੀ ਹੈਗੀ ਆ ਕਾਸ਼ਤ ਕਰਦਾ। ਹੁਣ 70 ਫਸਲਾਂ ਦਾ ਵੋਲੀਊਮ ਜਿਹੜਾ ਹੈਗਾ ਥੋੜ੍ਹਾ ਥੋੜ੍ਹਾ ਹੁੰਦਾ, ਅਤੇ ਕਿਚਨ ਦੀ ਜ਼ਰੂਰਤ ਵੀ ਆਪਾਂ ਨੂੰ ਜਿਹੜੀ ਹੈਗੀ ਉਸੇ ਹਿਸਾਬ ਨਾਲ ਹੁੰਦੀ ਆ। ਜਦੋਂ ਕਸਟਮਰ ਕੋਲ ਜਾਂਦੇ ਹਾਂ, ਇੱਕ ਤੋਂ ਵੱਧ ਅਸੀਂ ਵੈਰਾਈਟੀਆਂ ਉਹਦੇ ਲਈ ਅਵੇਲੇਬਲ ਹੈਗੀਆਂ, ਤਾਂ ਉਹ ਇੱਕ ਦੀ ਬਜਾਏ ਸਾਰੀਆਂ ਚੀਜ਼ਾਂ ਨੂੰ ਖਰੀਦਣਾ ਪ੍ਰੈਫਰ ਕਰਦਾ, ਕਿ ਜਿਹੜੀਆਂ ਉਹਦੀਆਂ ਜ਼ਰੂਰਤ ਦੇ ਹਿਸਾਬ ਨਾਲ ਹੈਗੀਆਂ। ਅਗਰ ਅਸੀਂ ਇੱਕ ਗੋਭੀ ਹੀ ਲੈ ਗਏ, ਤਾਂ ਗੋਭੀ ਦੇ ਕੀ ਲੈ ਲੂਗਾ, 1 ਕਿਲੋ ਲੈ ਲਓ, 2 ਕਿਲੋ ਲੈ ਲਓ, ਵੱਧ ਤੋਂ ਵੱਧ 3 ਕਿਲੋ ਲੈ ਲੂਗਾ, ਇਸ ਤੋਂ ਅੱਗੇ ਨਹੀਂ ਜਾਂਦਾ। ਅਗਰ ਸਾਡੇ ਕੋਲ ਗੋਭੀ ਨਾਲ ਗਾਜਰ ਹੈਗੀ ਆ, ਮਟਰ ਹੈਗਾ ਆ, ਸ਼ਲਗਮ ਹੈਗਾ, ਪਾਲਕ ਹੈਗਾ, ਸਾਗ ਹੈਗੀ ਆ, ਟਮਾਟਰ ਆ, ਪਿਆਜ਼ ਆ, ਲਸਣ ਆ, ਇਸ ਤਰ੍ਹਾਂ ਬਹੁਤ ਸਾਰੀ ਰੇਂਜ ਹੈਗੀ ਆ।
ਤਾਂ ਅਗਰ ਉਹ ਥੋੜ੍ਹੇ ਥੋੜ੍ਹੇ ਵੋਲੀਊਮ ਵਿੱਚ ਵੀ ਅਗਰ 30-35 ਚੀਜ਼ਾਂ ਦੇ ਵਿੱਚੋਂ ਅਗਰ ਉਹ 10 ਚੀਜ਼ਾਂ ਵੀ ਲੈ ਕੇ ਜਾਂਦਾ, ਇਟ ਮੀਨਸ ਕਿ ਸਾਡੇ ਕੋਲ 10 ਤਰ੍ਹਾਂ ਦੀ ਵੈਰਾਈਟੀ ਜਿਹੜੀ ਹੈਗੀ ਆ। ਆਪਾਂ ਮਿਨੀਮਮ ਮੰਨ ਕੇ ਚੱਲੀਏ ਕਿ ਅਗਰ ਉਹ ਅੱਧਾ ਕਿਲੋ ਵੀ ਲੈ ਲਈਆਂ ਤਾਂ ਵੀ 10 ਚੀਜ਼ਾਂ ਵਿਕਣ ਤੋਂ ਬਾਅਦ ਸਾਡੀਆਂ 5 ਕਿਲੋ ਚੀਜ਼ਾਂ ਇੱਕ ਕਸਟਮਰ ਲੈ ਗਿਆ। ਅਗਰ ਸਾਡੇ ਕੋਲ 10 ਤੋਂ 15 ਕਸਟਮਰ ਰੈਗੂਲਰ ਇੰਟਰਵਲ 'ਤੇ ਲੈਂਦੇ ਹੈਗੇ ਆ ਤਾਂ ਸਾਡਾ ਵੋਲੀਊਮ ਆਪੇ 50 ਤੋਂ ਲੈ ਕੇ 60-70 ਕਿਲੋ ਤੱਕ ਹੋ ਜਾਂਦਾ। ਕੁਛ ਜਿਹੜੇ ਹੈਗੇ ਜਿਸ ਤਰ੍ਹਾਂ ਗਾਜਰ ਹੈਗੇ ਆ, ਲੋਕ ਗਾਜਰ ਦਾ ਸਲਾਦ ਦੇ ਤੌਰ 'ਤੇ ਵਰਤਦੇ ਆ, ਗਾਜਰ ਨੂੰ ਜੂਸ ਦੇ ਤੌਰ 'ਤੇ ਵੀ ਵਰਤਦੇ ਹੈਗੇ, ਗਾਜਰ ਨੂੰ ਸੈਲਡ ਦੇ ਵਿੱਚ ਵੀ ਵਰਤਦੇ ਹੈਗੇ, ਨਾਲ ਸਬਜ਼ੀ ਵੀ ਬਣਾਉਂਦੇ ਹੈਗੇ ਆ। ਠੀਕ ਹੈ ਜੀ, ਇਸ ਤਰ੍ਹਾਂ ਉਹਦੀ ਕਈ ਆਪਸ਼ਨ ਹੋ ਜਾਂਦੀ ਹੈ ਤੁਹਾਡੇ ਕੋਲ। ਤਾਂ ਜਿਹੜੀ 1 ਕਿਲੋ ਗਾਜਰ ਜਾਣੀ ਸੀ, ਮੈਂ ਉਹਦੇ ਵਿੱਚ ਵੀ ਗ੍ਰੇਡਿੰਗ ਕਰ ਦਿੰਦਾ। ਸਭ ਤੋਂ ਵਧੀਆ ਵੱਡੀ ਗਾਜਰ, ਉਸ ਤੋਂ ਬਾਅਦ ਮੀਡੀਅਮ ਵਾਲੀ ਗਾਜਰ, ਉਸ ਤੋਂ ਬਾਅਦ ਛੋਟੇ ਵਾਲੀ ਗਾਜਰ। ਸਭ ਤੋਂ ਵੱਡੀ ਗਾਜਰ ਜਿਹੜੀ ਹੈਗੀ ਸਾਡੇ ਗਜਰੇਲੇ ਵਾਸਤੇ ਕੰਮ ਆ ਜਾਂਦੀ ਹੈ, ਕਿਉਂਕਿ ਜਦੋਂ ਅਸੀਂ ਕੱਦੂਕਸ਼ ਕਰਨਾ, ਕ੍ਰਸ਼ ਕਰਨੀ ਆ, ਤਾਂ ਛੋਟੀ ਗਾਜਰ ਅਕਸਰ ਜ਼ਿਆਦਾ ਟੁੱਟਦੀ ਆ ਜਾਂ ਤੁਹਾਡਾ ਹੱਥ ਕੱਟਦੀ ਹੈ ਜਦੋਂ ਤੁਸੀਂ ਕ੍ਰਸ਼ ਕਰਦੇ। ਵੱਡੀ ਨੂੰ ਈਜ਼ੀਲੀ ਤੁਸੀਂ ਹੈਂਡਲ ਕਰ ਲੈਂਦੇ ਆ, ਤੁਸੀਂ ਨਾਲ ਕਰ ਦਿੰਦੇ ਤਾਂ ਉਹਦੇ ਵੋਲੀਊਮ ਵੀ ਜ਼ਿਆਦਾ ਹੋ ਜਾਂਦਾ। ਅਸੀਂ ਇੱਕ ਗਾਜਰ ਜਿਹੜੀ ਹੈਗੀ ਜਦੋਂ ਕਰਦੇ ਹਾਂ ਤਾਂ ਸਾਡੇ ਕੋਲ ਇੱਕ ਵਧੀਆ ਵੋਲੀਊਮ ਦੇ ਵਿੱਚ ਜਿਹੜਾ ਹੈਗਾ ਉਹ ਗਜਰੇਲੇ ਵਾਸਤੇ ਤਿਆਰ ਹੋ ਜਾਂਦੀ ਆ। ਅਤੇ ਉਸ ਤੋਂ ਬਾਅਦ ਸੈਕਿੰਡ ਵਾਲੀ ਆ ਗਈ, ਅਸੀਂ ਉਹਦੇ ਵਿੱਚ ਸਬਜ਼ੀ ਬਣਾ ਲੈਂਦੇ ਜਾਂ ਅਸੀਂ ਉਹਦੇ ਜਿਹੜਾ ਹੈਗਾ ਆਪਣਾ ਸੈਲਡ ਵਾਸਤੇ ਵਰਤ ਲੈਂਦੇ ਜਾਂ ਅਚਾਰ ਵੀ ਪਾ ਲੈਂਦੇ ਹਾਂ। ਤੀਜੀ ਆ ਗਈ ਛੋਟੀ ਗਾਜਰ। ਜਦੋਂ ਅਸੀਂ ਸਾਡੇ ਨੋਰਮਲ ਦੇਖੋ ਘਰਾਂ ਵਿੱਚ ਸਾਡੇ ਜੂਸਰ ਜਿਹੜੇ ਹੈਗੇ ਆ ਡੋਮੈਸਟਿਕ ਟਾਈਪ ਦੇ ਹੈਗੇ ਆ, ਉਹਨਾਂ ਵਿੱਚ ਵੱਡੀਆਂ ਗਾਜਰਾਂ ਨਹੀਂ ਲੱਗਦੀਆਂ, ਤਾਂ ਸਾਨੂੰ ਅਕਸਰ ਕੱਟ ਕੇ ਹੀ ਉਹਦੇ ਵਿੱਚ ਗਾਜਰ ਲਗਾਉਣੀ ਪੈਂਦੀ ਆ, ਤਾਂ ਹੀ ਉਹਦੇ ਵਿੱਚ ਜੂਸ ਨਿਕਲੇਗਾ। ਵੱਡੀ ਉਹਦਾ ਮੂੰਹ ਛੋਟਾ ਹੋਣ ਕਰਕੇ ਵੱਡੀ ਗਾਜਰ ਉਹਦੇ 'ਚ ਫਸਦੀ ਨਹੀਂ ਹੈਗੀ, ਤਾਂ ਸਾਡੇ ਕੋਲ ਆਲਰੇਡੀ ਅਸੀਂ ਛੋਟੀਆਂ ਗਾਜਰਾਂ ਸਾਡੇ ਕੋਲ ਹੁੰਦੀਆਂ, ਅਸੀਂ ਉਹਦਾ ਜੂਸ ਪੀ ਲੈਂਦੇ ਹਾਂ। ਇੱਕੋ ਹੀ ਤਰ੍ਹਾਂ ਦੀ ਇੱਕੋ ਹੀ ਸਬਜ਼ੀ 3 ਤਰ੍ਹਾਂ ਦੀ ਆਪਸ਼ਨ ਜਿਹੜੀ ਹੈਗੀ ਦੇ ਕੇ ਕਸਟਮਰ ਨੂੰ, ਜੇ ਅਗਰ ਜੂਸ ਵਾਲਾ ਤਾਂ ਜੂਸ ਵਾਲੀ ਲੈ ਗਿਆ, ਅਗਰ ਸਬਜ਼ੀ ਬਣਾਉਣੀ ਤਾਂ ਸਬਜ਼ੀ ਵਾਲੀ ਲੈ ਗਈ, ਗਜਰੇਲੇ ਵਾਲਾ ਗਜਰੇਲੇ ਵਾਲੀ ਲੈ ਗਿਆ। ਇਹ ਬਿਜ਼ਨਸ ਸੈਂਸ ਤੁਹਾਨੂੰ ਇਹ ਬਿਜ਼ਨਸ ਸੈਂਸ ਅਸਲ ਦੇ ਵਿੱਚ ਤੁਹਾਡੇ ਪੁਰਾਣੇ ਤਜਰਬੇ ਤੋਂ ਆਇਆ? ਹਾਂ, ਉਹ ਮੈਨੂੰ ਪੁਰਾਣੇ ਤਜਰਬੇ ਤੋਂ ਹੋਇਆ ਕਿ ਜਦੋਂ ਮੈਂ ਰੈਸਟੋਰੈਂਟ ਦੇ ਵਿੱਚ ਕਰਦਾ ਸੀ, ਅਗਰ ਮੈਂ ਗਜਰੇਲਾ ਤਿਆਰ ਕਰਾਂ ਤਾਂ ਮੈਂ ਵੱਡੀਆਂ ਗਾਜਰਾਂ ਲੈ ਕੇ ਆਉਣੀਆਂ। ਮੈਂ ਸੈਲਡ ਵਾਸਤੇ ਲੈਣੀਆਂ ਤਾਂ ਮੈਂ ਉਹ ਜਿਹੜੀ ਹੈਗੀ ਸਬਜ਼ੀ ਵਾਲੀਆਂ ਲੈ ਕੇ ਆਉਣੀਆਂ। ਛੋਟੀ ਮੈਂ ਚੱਕਦਾ ਨਹੀਂ ਸੀ, ਕਿਉਂਕਿ ਮੈਂ ਜੂਸ ਦਾ ਉੱਥੇ ਕੰਮ, ਮੇਰਾ ਗਾਜਰ ਦਾ ਜੂਸ ਮੈਂ ਨਹੀਂ ਸੀ ਕਰਦਾ, ਮੈਂ ਦੂਜਾ ਜੂਸ ਕਰਦਾ ਸੀ। ਬਟ ਆਫਟਰ ਡੈਟ ਜਦੋਂ ਮੈਨੂੰ ਫਿਰ ਲੱਗਾ ਕਿ ਹਾਂ ਭਈ ਮੈਨੂੰ ਵੱਡੀ ਗਾਜਰ ਖਰੀਦਣ ਦੇ ਵਿੱਚ ਮੈਨੂੰ ਥੋੜ੍ਹਾ ਘਾਟਾ ਪੈ ਰਿਹਾ ਕਿ ਦੂਜੇ ਕੰਮਾਂ ਵਿੱਚ ਮੇਰੀ ਉਹੀ ਵੱਢੀ ਜਾ ਰਹੀ ਹੈਗੀ ਆ, ਮੈਂ ਫਿਰ ਇਕੱਠੀ ਗਾਜਰ ਲਿਆਉਣੀ ਸ਼ੁਰੂ ਕਰ ਦਿੱਤੀ। ਆ ਕੇ ਆਪਣੇ ਰੈਸਟੋਰੈਂਟ ਦੇ ਵਿੱਚ ਉਹਦੀ ਜਿਹੜੀ ਗ੍ਰੇਡਿੰਗ ਕਰਨੀ ਸ਼ੁਰੂ ਕਰ ਦਿੱਤੀ। ਆਹ ਗਾਜਰਾਂ ਗਜਰੇਲੇ ਦੀਆਂ, ਆਹ ਗਾਜਰਾਂ ਸਬਜ਼ੀ ਦੀਆਂ, ਆਹ ਗਾਜਰਾਂ ਜੂਸ ਦੀਆਂ। ਜੂਸ ਕਾਊਂਟਰ ਹੈਗਾ ਸੀ, ਜੂਸ 'ਤੇ ਵੀ ਵਰਤਣੇ ਸ਼ੁਰੂ ਕਰ ਦਿੱਤੀਆਂ। ਉਹ ਪੁਰਾਣਾ ਐਕਸਪੀਰੀਅੰਸ ਜਿਹੜਾ ਹੈਗਾ ਸੀ, ਇਹਦੇ ਵਿੱਚ ਵੀ ਮੈਂ ਵਰਤਣਾ ਸ਼ੁਰੂ ਕੀਤਾ ਆਪਣੀ ਮਾਰਕੀਟ ਦੇ ਵਿੱਚ। ਅਤੇ ਹੁਣ ਉਹੀ ਸੇਮ ਮੈਂਟੈਲਿਟੀ ਉਹਨਾਂ ਦੀ ਵੀ ਹੈਗੀ ਸੀ ਕਿ ਜਿਹਨੇ ਅੱਜ, ਕਿਉਂਕਿ ਵੋਲੀਊਮ ਜ਼ਿਆਦਾ ਸੀ, ਹੁਣ ਜਿਹਨੇ ਸਿਰਫ 1 ਕਿਲੋ ਗਾਜਰ ਦਾ ਗਜਰੇਲਾ ਬਣਾਉਣਾ, ਉਹ 5 ਕਿਲੋ ਗਾਜਰਾਂ ਕਿਉਂ ਲਊਗਾ? ਉਹਨੇ 1 ਕਿਲੋ ਗਜਰੇਲੇ ਵਾਲੀ ਲੈ ਗਈ। ਜਿਹਨੇ ਜੂਸ ਲੈਣਾ ਪੀਣਾ ਹੈਗਾ ਤਾਂ ਉਹ 1 ਕਿਲੋ ਦੇ ਜੂਸ ਕੀ ਕੱਢੂਗਾ? ਉਹ ਕਹਿੰਦਾ ਮੈਂ 5 ਕਿਲੋ ਦੇ ਦਿਓ ਮੈਨੂੰ, ਕਿਉਂਕਿ ਉਹਦਾ ਰੇਟ ਸਸਤਾ ਹੋ ਗਿਆ। ਵੱਡੀ ਗਾਜਰ ਦਾ ਰੇਟ ਵਧੀਆ ਜ਼ਿਆਦਾ, ਮੀਡੀਅਮ ਦਾ ਉਹ ਤੋਂ ਘੱਟ। ਜੂਸ ਵਾਲੀ ਉਹ ਵੀ ਸੋਚਦਾ ਮੈਂ ਵੱਡੀ ਗਾਜਰ ਖਰੀਦ ਕੇ ਮੈਂ ਜੂਸ ਹੀ ਪੀਣਾ ਹੈ, ਮੈਂ ਛੋਟੀ ਦਾ ਖਰੀਦ ਲੈਂਦਾ। ਉਹ ਬਲਕ ਵਿੱਚ ਚੱਕ ਲੈਂਦਾ ਆ। ਇਹਦੇ ਨਾਲ ਕੀ ਹੋਇਆ ਕਿ ਮੈਨੂੰ 3 ਤਰ੍ਹਾਂ ਦੀ ਕੈਟਾਗਰੀ ਦੇ ਕਸਟਮਰ ਮਿਲ ਗਏ। ਮੈਨੂੰ ਆਪਸ਼ਨ ਮੈਂ ਕ੍ਰੀਏਟ ਕਰ ਦਿੱਤੀ, ਜਿਹਦੇ ਨਾਲ ਮੇਰੀ ਸਾਰੀ ਦੀ ਸਾਰੀ ਗਾਜਰ ਐਂਡ ਉੱਤੇ ਜਿਹੜੀ ਸਾਰੀ ਬਚੀ ਹੋਈ ਹੈਗੀ ਉਹ ਸਾਰੀ ਜੂਸ ਵਾਲੇ ਲੈ ਜਾਂਦੇ ਸੀ, ਮਤਲਬ ਜਿਨ੍ਹਾਂ ਨੇ ਘਰੇ ਜੂਸ ਬਣਾਉਣਾ ਸੀ। ਮੇਰਾ ਕ੍ਰੇਟ ਖਾਲੀ ਹੋ ਗਿਆ, ਮੈਨੂੰ ਇੱਕ ਇਨਕਮ ਜਨਰੇਟ ਹੋ ਗਿਆ ਵਧੀਆ, ਔਰ ਸੀਕੁਐਂਸਲੀ ਬਿਲਕੁਲ ਇਸ ਤਰ੍ਹਾਂ। ਤੇ ਤੁਸੀਂ ਸਾਰੀ ਸਬਜ਼ੀਆਂ ਐਦਾਂ ਹੀ ਮਤਲਬ ਕਿ ਮੈਂ ਗ੍ਰੇਡਿੰਗ ਕਰਨੀ ਸਟਾਰਟ ਕਰ ਦਿੱਤੀ। ਜਿਹੜੇ ਕੁਛ ਜ਼ਿਆਦਾ, ਜਿਸ ਤਰ੍ਹਾਂ ਗੋਭੀ ਨੂੰ ਲੈ ਲਈ, ਛੋਟੇ ਫੁੱਲ ਹੈਗੀ ਜਾਂ ਹੋਰ ਚੀਜ਼ਾਂ, ਮੈਂ ਛੋਟੇ ਫੁੱਲ ਨੂੰ ਤੋੜਦਾ ਹੀ ਨਹੀਂ। ਜੇ ਅਗਰ ਤੋੜਨਾ ਤਾਂ ਉਹਨੂੰ ਅਚਾਰ ਦੇ ਵਿੱਚ ਵਰਤ ਲਓ, ਵੱਡੇ ਨੂੰ ਤੁਸੀਂ ਦੂਜੀ ਚੀਜ਼ਾਂ 'ਚ ਵਰਤ ਲਓ। ਸਬਜ਼ੀ ਬਣਾਉਣੀ ਹੈਗੀ ਆ, ਕੱਦੂਕਸ ਕ੍ਰਸ਼ ਕਰਕੇ ਪਰਾਂਠੇ 'ਚ ਪਾਉਣਾ, ਭੁਰਜੀ ਬਣਾਉਣੀ, ਜੋ ਵੀ ਅਗਲੇ ਦੀ ਡਿਮਾਂਡ ਹੈਗੀ ਆ ਉਹਦੇ ਹਿਸਾਬ ਨਾਲ। ਮਿਲਾ ਜੁਲਾ ਕੇ ਤੁਸੀਂ ਪੂਰੀ ਮੈਂਟੈਲਿਟੀ ਸਮਝ ਲਈ? ਹਾਂ, ਦੇਖੋ ਮੈਂ ਕੁਕਿੰਗ ਕੀਤੀ ਆ, ਮੈਂ ਕੁਕਿੰਗ ਵਾਲੀ ਮੈਂਟੈਲਿਟੀ ਨੂੰ ਹੀ ਦੇਖਿਆ ਕਿ ਹਾਂ ਵੀ ਅਗਰ ਮੈਂ ਇਹ ਕੰਮ ਕਰਨਾ ਤੇ ਮੇਰੇ ਲਈ ਕਨਵੀਨੀਅੰਟ ਕਿਹੜਾ ਹੈਗਾ ਆ। ਹੁਣ ਇੱਕ ਗੱਲ ਆਉਂਦੀ ਹੈਗੀ ਪਾਲਕ ਦੀ। ਪਾਲਕ ਅਸੀਂ ਨੋਰਮਲ ਫਾਰਮਰ ਕੀ ਕਰਦਾ ਕਿ ਉਹ ਦਾਤੀ ਨਾਲ ਕੱਟ ਦਿੰਦਾ। ਇੱਕ ਪਹਿਲੀ ਕਟਾਈ ਕੱਟੀ, ਦੂਜੀ ਕੱਟੀ, ਤੀਜੀ ਤੱਕ ਲੱਗਦੇ ਲਗਭਗ ਪਾਲਕ ਦਾ ਤੁਹਾਡੀ ਦਾ ਬਿਲਕੁਲ ਖਤਮ ਹੋਣ ਦੇ ਨੇੜੇ ਹੋ ਜਾਂਦੀ ਹੈ। ਉਸ ਟਾਈਮ ਸਾਰਾ ਕੱਟਿਆ ਜਾਂਦਾ, ਦੁਬਾਰਾ ਰੀਗਰੋ ਹੁੰਦੀ ਹੈ, ਟਾਈਮ ਬਹੁਤ ਲੱਗਦਾ ਹੈਗਾ। ਪੱਤਿਆਂ ਨੇ ਜਿਹੜੇ ਕਿ ਜੇ ਪੱਤਾ ਹੀ ਉੱਤੇ ਹੈ ਨਹੀਂ ਤਾਂ ਉਹ ਹਵਾ ਦੇ ਵਿੱਚੋਂ ਨਾਈਟ੍ਰੋਜਨ ਕਿੱਥੋਂ ਲਏਗਾ? ਠੀਕ ਹੈ ਨਾ। ਪ੍ਰਕਾਸ਼ ਸੰਸ਼ਲੇਸ਼ਣ ਦੇ ਨਾਲ ਆਪਣਾ ਭੋਜਨ ਕਿੱਦਾਂ ਬਣਾਏਗਾ? ਅਤੇ ਮੈਂ ਉਸ ਚੀਜ਼ ਨੂੰ ਵੀ ਸਮਝ ਲਿਆ। ਮੈਂ ਲੇਡੀਜ਼ ਦੀ ਮੈਂਟੈਲਿਟੀ ਸੋਚੀ ਕਿ ਜਦੋਂ ਲੇਡੀਜ਼ ਸਾਗ ਚੁਗਦੀਆਂ, ਪਾਲਕ ਚੁਗਦੀਆਂ ਆ, ਤਾਂ ਉਹਦੇ ਵਿੱਚ ਘੱਟੋ ਘੱਟ 50% ਉਹ ਡਿਸਕਾਰਡ ਕਰ ਦਿੰਦੇ ਆ, ਉਹ ਗਾਰਬੇਜ ਕਰ ਦਿੰਦੇ ਆ। ਮੈਂ ਇਹ ਸੋਚਿਆ, ਮੈਂ ਕਿਹਾ ਯਾਰ ਕਿਉਂ ਇੱਦਾਂ ਕਰਨੀ ਆ?
ਮੈਂ ਪਾਲਕ ਤੋੜਨੀ ਸ਼ੁਰੂ ਕਰ ਦਿੱਤੀ ਕਿ ਮੈਂ 3 ਕਟਾਈਆਂ ਤੇ ਕਾਹਨੂੰ ਜਾਵਾਂ, ਮੈਂ ਤੁੜਾਈ ਕਰਦਾ। ਤੁੜਾਈ ਦੇ ਨਾਲ ਤੁਸੀਂ ਯਕੀਨ ਕਰੋਗੇ ਮੈਂ 12 ਤੋਂ ਲੈ ਕੇ 20 ਤੁੜਾਈਆਂ ਤੋੜੀਆਂ। ਕਿਤੇ 3 ਕਿਤੇ 12 ਤੋਂ ਹੀ। ਕਿੱਥੇ 12 ਤੋਂ ਲੈ ਕੇ 20 ਤੱਕ, ਕਿੱਥੇ ਮੈਂ 3 ਕਟਾਈਆਂ ਨਾਲ ਖਤਮ ਹੋਣੀ, ਔਰ ਉਹਦੇ ਵਿੱਚੋਂ 40 to 50% ਡਿਸਕਾਰਡ ਕਰਨਾ ਹੀ। ਡਿਸਕਾਰਡ ਕਰਨ ਵਾਲੀ, ਬਿਲਕੁਲ ਵੇਸਟ ਕਰਨ ਵਾਲੀ 0 ਹੋ ਗਈ। ਦੈਟ ਮੀਨਸ ਕਿ ਅਗਰ ਮਾਰਜਿਨ ਕੈਲਕੂਲੇਟ ਕਰੀਏ ਕਿ 3 ਤੋਂ 20 ਦੀ, ਖੂਬ ਸਿੱਧੀ ਗੱਲ ਹੈ ਕਿ ਮੈਂ ਇੱਕ ਟਾਈਮ 'ਚ ਬਜਾਈ ਕੀਤੀ। ਦੈਟਸ ਅ ਪਰਫੈਕਟ ਬਿਜ਼ਨਸ। ਸੀਡ 1 ਟਾਈਮ ਯੂਜ਼ ਕੀਤਾ, ਗੁਡਾਈਆਂ 2 ਯੂਜ਼ ਕੀਤੀਆਂ, ਡੀਜ਼ਲ ਟਰੈਕਟਰ ਦਾ ਜਿਹੜਾ ਉਹ ਬਚ ਗਿਆ, ਬੈਡਿੰਗ ਕਰਨੀ ਉਹ ਬਚ ਗਈ, ਉਹਨੇ ਨਾਲ ਹੀ ਅੱਗੇ ਵਧੀ ਗਿਆ। ਤੇ ਜਦੋਂ ਲਾਸਟ ਤੱਕ ਮੈਂ 20 ਤੜਾਈਆਂ ਕਰ ਲਈਆਂ, 7 ਗੁਣਾ ਤਾਂ ਪਹਿਲਾਂ ਹੀ ਵੱਧ ਗਿਆ। 3 ਤੜਾਈਆਂ ਤੇ ਕਿੱਥੇ 20 ਤੜਾਈਆਂ। ਉਸ ਤੋਂ ਬਾਅਦ ਵਿੱਚ ਲੇਬਰ ਕਾਸਟ ਘਟ ਗਈ, ਡੀਜ਼ਲ ਕਾਸਟ ਘਟ ਗਈ, ਪਾਣੀ ਦਾ ਵੀ ਜਿਹੜਾ ਹੈਗਾ ਘਟ ਗਿਆ, ਕਿਉਂਕਿ ਛੋਟੇ ਪੌਦੇ ਨੂੰ ਜ਼ਿਆਦਾ ਪਾਣੀ ਦੀ ਜ਼ਰੂਰਤ ਹੈ। ਜਿੱਦਾਂ ਜਿੱਦਾਂ ਵੱਡਾ ਹੋਈ ਜਾਂਦਾ, ਠੰਡ ਦੇ ਦਿਨਾਂ ਵਿੱਚ ਜਿਹੜਾ ਹੈਗਾ ਮੋਇਸਚਰ ਗੇਨ ਕਰਨਾ ਸ਼ੁਰੂ ਕਰ ਦਿੰਦਾ, ਹਵਾ 'ਚ ਧੁੰਦ ਪੈਂਦੀ ਹੈ ਆਪਣੇ। ਐਂਡ ਤੱਕ ਉਹ ਬੀਜ ਵੀ ਮੈਨੂੰ ਦੇ ਜਾਂਦਾ। ਫਿਰ ਮੈਂ ਮਾਰਚ ਤੱਕ ਤੁੜਾਈ ਕਰਦਾ, ਸੈਪਟੈਂਬਰ ਦੀ ਪਾਲਕ ਐਂਡ ਦੀ ਬੀਜੀਓ, ਮਾਰਚ ਤੱਕ ਪੱਤਾ ਤੋੜਦਾ। ਮਾਰਚ ਦੇ ਵਿੱਚ ਇੱਕ ਬਹੁਤ ਹੀ ਵੱਡੇ ਵੋਲਿਊਮ ਦੇ ਵਿੱਚ ਮੇਰੇ ਕੋਲ ਸੀਡ ਜਨਰੇਟ ਹੋ ਜਾਂਦਾ। ਹੋਰ ਕੀ ਚਾਹੀਦਾ ਫਿਰ ਆਪਾਂ ਨੂੰ। ਇਹ ਕਈ ਵਾਰ ਪਤਾ ਕੀ ਹੁੰਦਾ ਜੀ, ਜ਼ਿਆਦਾਤਰ ਅਸੀਂ ਐਂ ਸੁਣਦੇ ਹਾਂ ਕਿ ਜੱਟ ਤਾਂ ਇਕੱਲੀ ਖੇਤੀ ਕਰ ਸਕਦਾ, ਉਹ ਮਾਰਕੀਟਿੰਗ ਨਹੀਂ ਕਰ ਸਕਦਾ, ਉਹ ਬਾਣੀਆ ਨਹੀਂ ਬਣ ਸਕਦਾ। ਤਾਂ ਇੱਥੇ ਕਿਤੇ ਨਾ ਕਿਤੇ ਆਹ ਵਾਲੀ ਮੈਂਟੈਲਿਟੀ ਕਰਕੇ ਵੀ ਮਾਰ ਖਾ ਜਾਂਦੇ ਕਿ ਉਹ ਮਤਲਬ ਜਾਂ ਫਿਰ ਕੋਸ਼ਿਸ਼ ਨਹੀਂ ਕਰਨਾ ਚਾਹੁੰਦੇ। ਬਹੁਤੇ ਲੋਕ ਜਿਹੜੇ ਹੈਗੇ ਨਾ, ਦੇਖੋ ਬੰਦਾ ਕੀ ਕੁਝ ਨਹੀਂ ਕਰ ਸਕਦਾ। ਆਪਣੀ ਹੱਦ ਨਾ ਬੰਨੋ, ਆਪਣੀ ਸਰਹੱਦਾਂ ਨਾ ਤਿਆਰ ਕਰੋ ਵੀ ਮੈਂ ਆਹ ਨਹੀਂ ਕਰ ਸਕਦਾ। ਆਪਣੇ ਆਪ ਨੂੰ ਐਕਸਪਲੋਰ ਕਰੋ, ਆਪਣੇ ਆਪ ਦੀਆਂ ਪੋਸੀਬਿਲਿਟੀ ਦੇਖੋ, ਮੈਂ ਕੀ ਕੁਝ ਕਰ ਸਕਦਾ। ਅਗਰ ਬੰਦਾ ਚਾਹੇ ਤਾਂ ਅਗਰ ਚੰਦ ਤੇ ਜਾ ਸਕਦਾ ਤਾਂ ਇਹ ਤਾਂ ਇਹੀ ਖੇਤੀ ਆ। ਤੁਸੀਂ ਆਪਣੇ ਆਪ ਨੂੰ ਪਛਾਣੋ ਕਿ ਤੁਹਾਡੀ ਕਪੈਸਿਟੀ ਕੀ ਹੈਗੀ ਆ, ਉਹਦੇ ਨਾਲ ਅੱਗੇ ਹੌਲੀ ਹੌਲੀ। ਇਹ ਨਹੀਂ ਕਿ ਮੈਂ ਕਹਿੰਦਾ ਕਿ ਤੁਸੀਂ ਇੱਕਦਮ ਸਾਰਾ ਇਕੱਠਾ ਕਰ ਦਿਓ। ਜਿੱਦਾਂ ਤੁਸੀਂ ਇੱਕ ਚੀਜ਼ 'ਚ ਥੋੜ੍ਹੀ ਤੁਹਾਨੂੰ ਸਮਝ ਆਈ ਜਾਂਦੀ, ਤੁਸੀਂ 1 by 1 ਸਟੈਪ ਅੱਗੇ ਵੱਧਦੇ ਜਾਓ। ਕਿਤੇ ਨਾ ਕਿਤੇ ਐਵੇਂ ਲੱਗਦਾ ਨਾ ਕਿ ਅਗਰ ਇਹ ਜਿਸ ਹਿਸਾਬ ਨਾਲ ਤੁਸੀਂ ਕਹਿ ਰਹੇ ਸੀ ਕਿ ਜਿੰਨੇ ਹੀ ਇੰਨੀ ਫਾਈਨ ਤਰੀਕੇ ਨਾਲ ਤੁਸੀਂ ਵੈਜੀਟੇਬਲ ਸੇਲਸ ਵਗੈਰਾ ਕਰਦੇ ਹੋ, ਅਗਰ ਹਰ ਫਾਰਮਰ ਐਦਾਂ ਕਰਨ ਲੱਗ ਗਿਆ, ਕਿਤੇ ਨਾ ਕਿਤੇ ਕਾਰਪੋਰੇਟ ਸੈਕਟਰ ਨੂੰ ਆਪਾਂ ਪੂਰੀ ਟੱਕਰ ਦੇ ਸਕਦੇ ਹਾਂ ਆਰਾਮ ਨਾਲ, ਕਿਉਂਕਿ ਇੰਨੀ ਵਧੀਆ ਸਰਵਿਸਿਜ਼ ਅਗਰ ਕੋਈ ਦੇ ਰਿਹਾ, ਹੋਰ ਕੀ ਚਾਹੀਦਾ। ਕਾਰਪੋਰੇਟ ਦੀ ਗੱਲ ਆਪਾਂ ਕਰਦੇ ਤਾਂ ਉਹਨਾਂ ਦੀ ਪ੍ਰੋਡਿਊਸ ਜਾਂਦੀ ਕਿੱਥੋਂ ਆ? ਫਾਰਮਰਸ ਤੋਂ ਗਈ ਹੈ। ਫਾਰਮਰਸ ਤੋਂ ਗਈ ਹੈ। ਹੁਣ ਫਾਰਮਰਸ ਕਿੱਥੇ ਮਰਿਆ? ਫਾਰਮਰਸ ਨੇ ਬਲਕ ਵਿੱਚ ਪੈਦਾ ਕਰ ਲਈ, ਲੋਕਲ ਲੈਵਲ ਤੇ ਸੇਲ ਨਹੀਂ ਕਰ ਪਾਇਆ, ਮਜਬੂਰਨ ਮੰਡੀ ਵਿੱਚ ਜਾਣਾ ਪਿਆ। ਆਪਣੇ ਆਸ-ਪਾਸ ਦੀ ਮਾਰਕੀਟ ਨੂੰ ਸਮਝੇ ਨਹੀਂ ਸਕੇ, ਮਾਰਕੀਟ ਨੂੰ ਸਮਝੇ ਨਹੀਂ, ਕੰਜ਼ਿਊਮਰ ਨੂੰ ਸਮਝਿਆ ਹੀ ਨਹੀਂ, ਕੰਜ਼ਿਊਮਰ ਦੇ ਹਿਸਾਬ ਨਾਲ ਚੱਲਿਆ ਹੀ ਨਹੀਂ। ਤੇ ਜਦੋਂ ਕਿਸੇ ਦੇ ਹਿਸਾਬ ਨਾਲ ਨਹੀਂ ਚੱਲਦੇ ਤਾਂ ਫਿਰ ਆਪਣੇ ਐਕਸਪਰਟ ਤਾਂ ਹੋਵੋਗੇ ਤੁਸੀਂ। ਤੇ ਤੀਜਾ ਬੰਦਾ ਫਾਇਦਾ ਆਪਣਾ ਲੈ ਗਿਆ। ਤੀਜਾ ਬੰਦਾ ਫਾਇਦਾ ਲੈ ਗਿਆ। ਕਾਰਪੋਰੇਟ ਨੇ ਉਹੀ ਕੰਮ ਕੀਤਾ, ਉਹਨਾਂ ਨੇ ਮੰਡੀਆਂ ਐਸਟੈਬਲਿਸ਼ ਕੀਤੀਆਂ। ਮੰਡੀਆਂ ਵਿੱਚ ਲੋਕਾਂ ਨੇ ਜਿਹੜੇ ਹੈਗਾ ਗੋਭੀ ਦਾ ਖੇਤ ਬੀਜ ਲਿਆ। ਮੇਰੇ ਕੋਲ 4 ਏਕੜ ਖੇਤ ਆ, 4 ਦੇ 4 ਗੋਭੀ ਦੇ ਬੀਜ ਦਿੱਤੇ। ਰੱਬ ਨਾ ਕਰੇ ਮੌਸਮ ਦੀ ਮਾਰ, ਕਿਸੇ ਕੀੜੇ ਦਾ ਪ੍ਰਕੋਪ ਉਸ ਗੋਭੀ ਤੇ ਹੋ ਜਾਂਦਾ, ਸਾਡੀ ਪੂਰੀ ਦੀ ਪੂਰੀ ਜਿਹੜੀ ਹੈਗੀ ਖਰਾਬ ਹੋ ਜਾਂਦੀ ਆ। ਫਿਰ ਅਸੀਂ ਕਰਜ਼ੇ ਦੇ ਹੇਠਾਂ ਆ ਜਾਂਦੇ ਹਾਂ। ਤੇ ਇਹ ਵੀ ਕਾਰਨ ਆ ਕਿ ਜਦ ਇਹ ਆਪਾਂ ਇਕੱਠੀ ਸਾਰੀ ਖਾਸੀਆਂ ਇੱਕ ਹੀ ਸਬਜ਼ੀ ਬੀਜ ਲੈਂਦੇ ਆ, ਉੱਥੇ ਪ੍ਰੋਬਲਮ ਆਉਂਦੀ ਆ। ਜਿਵੇਂ ਤੁਸੀਂ ਕਿਹਾ ਕਿ ਤੁਸੀਂ ਪੂਰੇ ਸਾਲ 'ਚ 70 ਤਰ੍ਹਾਂ ਦੀ ਕਿਸਮਾਂ ਦੀ ਸਬਜ਼ੀ ਕਰਦੇ ਹੋ। ਮੈਂ 70 ਦੇ ਨਾਲ ਇਹ ਵੀ ਹੈ ਕਿ ਸੀਕੁਐਂਸ ਵਿੱਚ ਬੀਜਦਾ ਸਾਰੀ ਚੀਜ਼ਾਂ। ਕਿ ਅਗਰ ਮੂਲੀ ਦਾ ਇੱਕ ਬੈੱਡ ਮੇਰੇ ਨਾਲ ਇੱਕ ਨਾ ਸਰਦਾ ਆ, ਤੇ ਮੈਂ ਦੂਜਾ ਬੈੱਡ ਉਦੋਂ ਬੀਜਣਾ ਜਿਹੜਾ ਹੈਗਾ ਕਿ ਤਾਂ ਕਿ ਕੰਟੀਨਿਊਟੀ ਜਿਹੜੀ ਹੈਗੀ ਬਣੀ ਰਹੇ। ਪਹਿਲਾ ਖਤਮ ਹੋਣ ਵਾਲਾ ਹੋਵੇ, ਦੂਜਾ ਉਸ ਵੇਲੇ ਸਟਾਰਟ ਹੋਣ ਵਾਲਾ ਹੋਵੇ, ਜਿਹਦੇ ਨਾਲ ਉਹਦੇ ਵਿੱਚ ਨਾ ਗੈਪ ਨਾ ਪਵੇ। ਹਾਂ, ਕੁਦਰਤੀ ਖੇਤੀ ਦੇ ਵਿੱਚ ਮੈਂ ਫਿਰ ਵੀ ਗੱਲ ਕਹਾਂਗਾ, ਸਾਲ ਦੇ ਵਿੱਚ ਸੀਜ਼ਨ ਜਿਸ ਤਰ੍ਹਾਂ 2 ਸੀਜ਼ਨ ਚੇਂਜ ਹੁੰਦੇ, ਗਰਮੀ ਔਰ ਸਰਦੀ, ਉਸ ਵੇਲੇ ਸਾਡਾ ਵਿੱਚ ਜਿਹੜੀ ਕੁਦਰਤੀ ਸਬਜ਼ੀਆਂ ਦੀ ਜਿਹੜੀ ਹੈਗੀ ਘਾਟ ਆਉਂਦੀ ਹੈ, ਬਟ 100% ਖਤਮ ਨਹੀਂ ਹੁੰਦੀਆਂ। ਤੁਸੀਂ ਇਸ ਸੀਕੁਐਂਸ ਦੇ ਹਿਸਾਬ ਨਾਲ, ਆਪਣੀ ਪਲੈਨਿੰਗ ਦੇ ਹਿਸਾਬ ਨਾਲ ਅਗਰ ਤੁਸੀਂ ਬੀਜਦੇ ਹੈਗੇ ਆ ਤਾਂ ਤੁਹਾਡਾ ਇੱਕ ਚਲੋ ਮੈਂ 70 ਨਹੀਂ ਕਹਿੰਦਾ, ਮੈਂ ਇੱਕ ਸੀਜ਼ਨ ਦੀਆਂ 40 ਨਹੀਂ ਕਹਿੰਦਾ, 40 ਵਾਲੇ ਸੀਜ਼ਨ ਦੇ ਵਿੱਚੋਂ ਵੀ ਤੁਸੀਂ 8-10 ਤਰ੍ਹਾਂ ਦੀਆਂ ਐਟਲੀਸਟ ਉਹ ਕਸਟਮਰ ਨੂੰ ਦਿੰਦੇ ਰਹਿੰਦੇ ਆ। ਤੁਸੀਂ ਤੁਹਾਡੀ ਇਨਕਮ ਜਿਹੜੀ ਹੈਗੀ ਆ ਉਹ ਸੋਰਸਿੰਗ ਨਹੀਂ ਰੁਕਦੀ ਜਦੋਂ ਤੁਸੀਂ ਪੈਰੀਸ਼ੇਬਲ ਵਿੱਚ ਰਹਿੰਦੇ ਹੈਗੇ ਆ। ਜਦੋਂ ਤੁਸੀਂ ਨਾਨ ਪੈਰੀਸ਼ੇਬਲ ਵਿੱਚ ਰਹਿੰਦੇ ਆ ਤਾਂ ਫਿਰ ਤਾਂ ਉਹੀ ਗੱਲ ਹੈਗੀ 6 ਮਹੀਨੇ ਦਾ ਕੰਮ ਕਰਨ ਵਾਸਤੇ ਜ਼ਿਆਦਾ ਤੁਹਾਡੇ ਕੋਲ ਪੈਸੇ ਹੋਣ, ਨਹੀਂ ਤਾਂ ਤੁਸੀਂ ਲੋਨ ਲਓਗੇ। ਫਿਰ ਲੋਨ ਲੈਣ ਤੋਂ ਬਾਅਦ ਲੋਨ ਜਿਹੜਾ ਹੈਗਾ, ਜਦੋਂ ਲੋਨ ਦੀ ਗੱਲ ਆਉਂਦੀ ਹੈ ਤਾਂ ਇੰਟਰਸਟ ਵੀ ਆਊਗਾ। ਜਦੋਂ ਤੁਹਾਨੂੰ ਵਿਆਜ ਦੇਣਾ ਪੈਂਦਾ ਤਾਂ ਤੁਹਾਡੀ ਇਨਕਮ ਜਿਹੜੀ ਹੈਗੀ ਆ ਉਹ ਤੁਹਾਡੀ ਹੋਰ ਥੱਲੇ ਆਏਗੀ। ਫਿਰ ਉਸ ਚੀਜ਼ ਦਾ ਫਾਇਦਾ ਹੀ ਕੀ ਹੈ ਜਿਹੜੀ ਤੁਹਾਨੂੰ ਲੈਣ ਦੇਣ ਦੇ ਵਿੱਚ ਹੀ ਰਹਿ ਗਿਆ। ਤੁਸੀਂ
ਪਹਿਲਾਂ ਕਰਜ਼ਾ ਲੈ ਲਿਆ, ਫਿਰ ਤੁਸੀਂ ਚੁਕਤਾ ਕਰਤਾ, ਫਿਰ ਲੈ ਲਿਆ, ਫਿਰ ਚੁਕਤਾ ਕਰ ਦਿੱਤਾ, ਫਾਈਨਲੀ ਤੁਹਾਡੇ ਉੱਤੇ ਇੰਟਰਸਟ ਹੀ ਜਿਹੜਾ ਹੈਗਾ, ਤੁਹਾਡੇ ਉੱਤੇ ਵਿਆਜ ਹੀ ਚੜੀ ਜਾਂਦਾ, ਤਾਂ ਤੁਸੀਂ ਇੱਕ ਦਿਨ ਇਹ ਆਉਂਦਾ ਤੁਸੀਂ ਆਪਣੇ ਕੰਮ ਨੂੰ ਹੀ ਛੱਡ ਦਿੰਦੇ ਆ। ਤੁਹਾਡੀ ਜ਼ਮੀਨ ਵੇਚਣ ਤੇ ਗਹਿਣੇ ਕਰਨ ਤੱਕ ਤੁਸੀਂ ਗੱਲ ਪਹੁੰਚ ਜਾਂਦੀ ਨੌਬਤ। ਇਹਦੇ ਨਾਲੋਂ ਚੰਗਾ ਇਹ ਹੈਗਾ ਤੁਸੀਂ ਕਿਚਨ ਵੇਸਟ ਕਰੋ ਕਿ ਅਗਰ 20 ਸਬਜ਼ੀਆਂ ਬੀਜੀਆਂ 20 ਦੇ ਵਿੱਚੋਂ, ਹਾਂ ਮੈਂ ਫਿਰ ਇੱਕ ਗੱਲ ਕਹੂੰਗਾ, ਡਾਇਵਰਸਿਟੀ ਆਪਣੇ ਏਰੀਆ ਦੇ ਹਿਸਾਬ ਨਾਲ ਕਰੋ। ਜਿੱਦਾਂ ਦੀ ਤੁਹਾਡਾ ਪੌਣ ਪਾਣੀ ਮਿੱਟੀ ਦੀ ਤਸੀਰ ਹੈਗੀ ਹੈ, ਜਿਹੜੀਆਂ ਉਸ ਮਿੱਟੀ ਵਿੱਚ ਵਧੀਆ ਚੀਜ਼ਾਂ ਹੋ ਸਕਦੀਆਂ, ਉਹਨਾਂ ਦੇ ਹਿਸਾਬ ਨਾਲ ਹੀ ਆਪਣੀ ਜਿਹੜੀ ਹੈਗੀ ਆ ਖੇਤੀ ਦੀ ਵਿਭਿੰਨਤਾ ਲੈ ਕੇ ਆਓ, ਫਸਲ ਵਿਭਿੰਨਤਾ ਲੈ ਕੇ ਆਓ, ਨਾ ਕਿ ਦੂਜੇ ਜਿਹੜੇ ਤੁਹਾਡੇ ਏਰੀਆ ਦੇ ਵਿੱਚ ਚੀਜ਼ਾਂ ਨਹੀਂ ਹੁੰਦੀਆਂ ਉਹਨਾਂ ਦੇ ਤੁਸੀਂ ਟਰਾਇਲ ਲਓ। ਉਹਨਾਂ ਦੀ ਟਰਾਇਲ ਲਓ ਤੁਸੀਂ ਬਿਲਕੁਲ ਥੋੜ੍ਹੇ ਥੋੜ੍ਹੇ ਹਿੱਸੇ ਦੇ ਹਿਸਾਬ ਨਾਲ। ਅਗਰ ਉਹ ਸਕਸੈਸ ਹੈਗੇ ਆ ਤਾਂ ਤੁਸੀਂ ਵੱਡੇ ਵੋਲੀਅਮ ਦੇ ਵਿੱਚ ਤੁਸੀਂ ਉਹਨੂੰ ਬੀਜ ਸਕੋ, ਅਦਰਵਾਈਜ਼ ਉਸ ਚੀਜ਼ ਨੂੰ ਤੁਸੀਂ ਛੱਡ ਦਿਓ। ਮਿਲਾ ਜੁਲਾ ਕੇ ਇਹੀ ਹੈ ਕਿ ਅਗਰ ਇਹ ਮਾਰਕੀਟਿੰਗ ਦੀ ਪ੍ਰੋਬਲਮ ਅਗਰ ਸੋਲਵ ਕਰਨੀ ਹੈਗੀ ਤਾਂ ਜਿਹੜਾ ਕਿਸਾਨ ਆ ਉਹਨੂੰ ਕਿਤੇ ਨਾ ਕਿਤੇ ਆਪਣੇ ਕਸਟਮਰ ਦੀ ਮੈਂਟੈਲਿਟੀ ਨੂੰ ਸਮਝਣਾ ਪਏਗਾ ਤੇ ਉਹਨਾਂ ਨੂੰ ਇੱਕ ਫਾਈਨ ਪ੍ਰੋਡਕਟ ਤਿਆਰ ਕਰਕੇ ਦੇਣਾ, ਜਿਵੇਂ ਕਿ ਦੇਖਦੇ ਆਪਾਂ ਬੜੇ ਕਾਰਪੋਰੇਟ ਸੈਕਟਰ ਵਾਲੇ ਕਰਦੇ ਰਹਿੰਦੇ ਆ। ਅਗਰ ਉਹਨਾਂ ਤੋਂ ਸਿੱਖ ਵੀ ਸਕਦੇ ਆ, ਸਿੱਖਣਾ ਕਿਆ ਦੇਖ ਹੀ ਰਹੇ ਆ ਕਿ ਆਪਣੀ ਇੱਕ ਪੁਰਾਣੀ ਮੈਂਟੈਲਿਟੀ ਨੂੰ ਛੱਡ ਕੇ ਇੱਕ ਬਿਜ਼ਨਸ ਸੈਂਸ ਲੈ ਕੇ ਆਉਣਾ ਪੈਣਾ, ਹਾਂ, ਤਾਂ ਹੀ ਕਾਮਯਾਬੀ ਮਿਲ ਸਕਦੀ ਹੈ। ਬਿਜ਼ਨਸ ਸੈਂਸ ਵੀ ਹੋਣੀ ਜ਼ਰੂਰੀ ਹੈ। ਠੀਕ ਹੈ, ਦੇਖੋ ਖੇਤੀ ਫਾਰਮਰ ਦਾ ਰਾਬਤਾ ਨਾ ਖੇਤੀ ਨਾਲ ਇਹ ਬਿਜ਼ਨਸ ਵਾਲਾ ਨਹੀਂ ਹੈਗਾ ਐਕਚੁਅਲ ਦੇ ਵਿੱਚ। ਮੈਂ ਨਾ ਇਹ ਗੱਲ ਕਲੀਅਰ ਕਰਦਾ, ਇਹ ਜਦੋਂ ਕੁਦਰਤੀ ਖੇਤੀ ਦੀ ਗੱਲ ਕਰਦੇ ਤਾਂ ਇੱਕ ਸਪਿਰਿਚੁਅਲ ਖੇਤੀ ਹੈਗੀ ਹੈ। ਖੇਤ ਦੇ ਵਿੱਚ ਤੁਹਾਨੂੰ ਖੇਤ ਉਸ ਸਪਿਰਿਚੁਅਲ ਲੈਵਲ ਦੇ ਹਿਸਾਬ ਨਾਲ ਤੁਹਾਨੂੰ ਵਿਚਰਨਾ ਪੈਂਦਾ ਹੈ। ਬਟ ਜਿੱਦਾਂ ਤੁਸੀਂ ਉਸ ਤੋਂ ਬਾਹਰ ਆਉਂਦੇ ਹੈਗੇ ਆ, ਤੁਸੀਂ ਇੱਕ ਪਰਿਵਾਰਕ ਜ਼ਿੰਮੇਵਾਰੀ ਵੀ ਤੁਹਾਡੇ ਨਾਲ ਹੈ, ਇੱਕ ਦੁਨੀਆਦਾਰੀ ਵੀ ਤੁਹਾਡੇ ਨਾਲ ਹੈਗੀ ਹੈ, ਤਾਂ ਤੁਹਾਨੂੰ ਆਪਣਾ ਰੂਪ ਬਦਲਣ ਦੀ ਲੋੜ ਪੈਂਦੀ ਹੈਗੀ ਹੈ। ਜਦੋਂ ਤੁਸੀਂ ਖੇਤੀ ਦੇ ਵਿੱਚ ਹੈਗੀ ਤਾਂ ਤੁਹਾਡੀ ਆਪਣੀ ਪੂਰਾ 100% ਉਹਨੂੰ ਕੁਦਰਤ ਦੇ ਹਿਸਾਬ, ਡਿਸਿਪਲਿਨ ਦੇ ਹਿਸਾਬ ਨਾਲ ਚੱਲੋ। ਜਦੋਂ ਤੁਸੀਂ ਮਾਰਕੀਟ ਵਿੱਚ ਆਉਂਦੇ ਤਾਂ ਤੁਸੀਂ ਦੁਨੀਆਦਾਰੀ ਦੇ ਹਿਸਾਬ ਨਾਲ ਚੱਲੋ। ਐਸ ਸਿੰਪਲ, ਕੋਈ ਬਹੁਤ ਜ਼ਿਆਦਾ ਕੋਈ ਵੱਡੀ PhD ਨਹੀਂ ਇੱਥੇ ਕਰਨ ਦੀ ਲੋੜ। ਡਿਮਾਂਡ ਤੇ ਸਪਲਾਈ ਦੇ ਸਿਸਟਮ ਨੂੰ ਸਮਝ ਲਓ ਤੇ ਉਸ ਡਿਮਾਂਡ ਤੇ ਸਪਲਾਈ ਨੂੰ ਦੇ ਲਈ ਸਾਂਚਾ ਕੁਦਰਤੀ ਖੇਤੀ ਹੋ ਜਾਏ ਕਿ ਕੁਦਰਤ ਦੇ ਜਦੋਂ ਇਹ ਚੀਜ਼ਾਂ ਪੈਦਾ ਹੁੰਦੀਆਂ ਤਾਂ ਅਸੀਂ ਉਸ ਵੇਲੇ ਹੀ ਉਹ ਚੀਜ਼ਾਂ ਨੂੰ ਜਿਹੜੀ ਹੈ ਬੀਜੀਏ ਤੇ ਉਹਨਾਂ ਨੂੰ ਉਸੇ ਹਿਸਾਬ ਨਾਲ ਲੈ ਕੇ ਜਾਈਏ। ਹਾਂ, ਇੱਕ ਗੱਲ ਕਰਨੀ ਮੈਂ ਫਿਰ ਬਣਦੀ ਆ ਕਿ ਸਾਡੇ ਆਰਗੈਨਿਕ ਕਰਨ ਵਾਲੇ, ਜੈਵਿਕ ਖੇਤੀ ਕਰਨ ਵਾਲੇ ਫਾਰਮਰ ਵੀ ਪੈਸਟ ਮੈਨੇਜਮੈਂਟ ਵੱਲ ਨੂੰ ਬਹੁਤ ਜ਼ਿਆਦਾ ਭੱਜਦੇ ਆ। ਤਰ੍ਹਾਂ ਦੇ ਘੋਲਾਂ ਦੇ ਜਿਹੜੇ ਹੈਗੇ ਉਹ ਸਪਰੇਅ ਕਰਨ ਦੀ ਕੋਸ਼ਿਸ਼ ਕਰਦੇ ਆ। ਮੈਂ ਇਹਨੂੰ ਬਿਲਕੁਲ ਵੀ ਇਹ ਨਹੀਂ ਕਹਿੰਦਾ ਕਿ ਇਹ ਚੀਜ਼ਾਂ ਕੰਮ ਦੀਆਂ ਨਹੀਂ ਹੈਗੀਆਂ, ਇਹ ਕੰਮ ਦੀਆਂ ਬਹੁਤ ਹੈਗੀਆਂ, ਬਟ ਫਾਈਨਲ ਐਨਰਜੀ ਤੇ ਤੁਹਾਡੀ ਹੀ ਲੱਗਣੀ ਆ, ਟਾਈਮ ਤੇ ਤੁਹਾਡਾ ਹੀ ਕੰਜ਼ਿਊਮ ਹੋਣਾ। ਅਗਰ ਤੁਸੀਂ ਕੁਦਰਤ ਦੇ ਨੇਮ ਦੇ ਹਿਸਾਬ ਨਾਲ, ਉਹਦੇ ਡਿਸਪਲਿਨ ਦੇ ਹਿਸਾਬ ਨਾਲ ਚੀਜ਼ਾਂ ਬੀਜਦੇ ਹੈਗੇ ਆ ਤਾਂ ਤੁਹਾਨੂੰ ਇਹਨਾਂ ਤੇ ਉੱਤੇ ਜ਼ਿਆਦਾ ਫਿਕਰ ਕਰਨ ਦੀ ਲੋੜ ਨਹੀਂ ਪੈਂਦੀ। ਫਿਰ ਵੀ 10 ਤੋਂ ਲੈ ਕੇ 20%, 25%, 30% ਤੱਕ ਤੁਸੀਂ ਜਿਹੜੇ ਹੈਗਾ ਪਰਮਾਤਮਾ ਦੇ ਸ਼ੁਕਰਾਨੇ ਦੇ ਵਿੱਚ ਇਹ ਚੀਜ਼ਾਂ ਦੇ ਦਿੰਦੇ। ਤੁਹਾਡੀਆਂ ਗੁਆਂਢੀ ਤੋੜ ਕੇ ਲੈ ਗਿਆ, ਤੁਹਾਡੀ ਚੋਰੀ ਹੋ ਜਾਂਦੀਆਂ, ਤੁਹਾਡੀਆਂ ਨੁਕਸਾਨੀਆਂ ਜਾਂਦੀਆਂ, ਚਾਹੇ ਉਹ ਪੈਸਟ ਦੇ ਥਰੂ ਨੁਕਸਾਨੀਆਂ ਜਾਂਦੀਆਂ ਜਾਂ ਮੌਸਮ ਦੇ ਅਨੁਸਾਰ ਨੁਕਸਾਨੀਆਂ ਜਾਂਦੀਆਂ, ਤਾਂ 30% ਬਾਬਾ ਜੀ ਛੱਡ ਦਿਓ, ਕੋਈ ਦਿੱਕਤ ਨਹੀਂ। 70% ਨਾਲ ਤੁਹਾਨੂੰ ਰੱਜਣਾ ਚਾਹੀਦਾ ਹੈਗਾ। ਅਗਰ 70% ਤੁਹਾਨੂੰ ਇੰਨਾ ਕੁਝ ਮਿਲ ਰਿਹਾ ਹੈਗਾ ਔਰ ਪ੍ਰੀਮੀਅਮ ਪ੍ਰਾਈਸ ਉੱਤੇ ਮਿਲ ਰਿਹਾ ਔਰ ਕੁਦਰਤ ਦੇ ਡਿਸਿਪਲਿਨ ਦੇ ਹਿਸਾਬ ਨਾਲ ਤੁਹਾਨੂੰ ਮਿਲ ਰਿਹਾ ਆ, ਤੁਹਾਡਾ ਗ੍ਰਾਹਕ ਖੁਸ਼ ਹੈਗਾ ਆ, ਤੁਸੀਂ ਉਹਨੂੰ ਜ਼ਹਿਰ ਮੁਕਤ ਚੀਜ਼ ਦੇ ਰਹੇ ਹੈਗੇ ਆ, ਤਾਂ ਤੁਹਾਨੂੰ ਆਪਣਾ ਸਬਰ ਦਾ ਇਸਤੇਮਾਲ ਇੱਥੇ ਵੀ ਕਰ ਲੈਣਾ ਚਾਹੀਦਾ। ਫਿਰ ਇੱਥੇ ਲਾਲਚ ਵਾਲੀ ਗੱਲ ਨਾ ਕਰੋ ਕਿ 100% ਹੀ ਦੇਣਾ ਹੈਗਾ। 100% ਨੂੰ ਛੱਡ ਕੇ ਅਗਰ ਸਾਰੇ ਖੁਸ਼ ਹੈਗੇ ਆ, ਇੰਨੀ ਖੁਸ਼ੀ ਦੇ ਹੀ ਜੇ ਤੁਹਾਨੂੰ 25 ਤੋਂ 30% ਦੇਣਾ ਪੈਂਦਾ ਤਾਂ ਮੈਨੂੰ ਲੱਗਦਾ ਇਹ ਬਹੁਤ ਹੀ ਲਾਹੇ ਦਾ ਸੌਦਾ ਆ, ਇਹ ਘਾਟੇ ਦਾ ਸੌਦਾ ਨਹੀਂ। ਅਸਲ ਦੇ ਵਿੱਚ ਉਹੀ ਫਿਰ ਕੁਦਰਤੀ ਖੇਤੀ ਤੁਹਾਨੂੰ ਰਿਲੈਕਸ ਕਰਨ ਵਾਲਾ ਸੌਦਾ ਆ ਇਹ 'ਚ ਕਿਸੇ ਤਰ੍ਹਾਂ ਵੀ ਘਾਟੇ ਦੀ ਗੁੰਜਾਇਸ਼ ਨਹੀਂ ਹੈਗੀ। ਤੁਸੀਂ ਜਿਵੇਂ ਲਾਸਟ ਟਾਈਮ ਨਾ ਇੱਕ ਡਾਇਵਰਸਿਟੀ ਦੀ ਗੱਲ ਕੀਤੀ ਸੀਗੀ। ਆਪਣੇ ਪੰਜਾਬ ਦੇ ਜਿਹੜੇ ਮੇਨ 3 ਖਿੱਤੇ ਨੇ, ਦੁਆਬਾ, ਮਾਲਵਾ, ਮਾਝਾ, ਤੇ ਇਹਨਾਂ ਨੂੰ ਲੈ ਕੇ ਜਿਹੜੀ ਡਾਇਵਰਸਿਟੀ ਹੈਗੀ ਆ, ਫਾਰਮਿੰਗ ਨੂੰ ਵੀ ਲੈ ਕੇ ਆਫਕੋਰਸ ਹੋਏਗੀ। ਹਾਂ, ਇਹਨਾਂ ਨੂੰ ਲੈ ਕੇ ਕਿਸਾਨਾਂ ਦਾ ਨਜ਼ਰੀਆ ਜਿਹੜਾ ਕਿੱਦਾਂ ਦਾ ਹੋਣਾ ਚਾਹੀਦਾ ਤੇ ਕਿਵੇਂ ਉਹਨਾਂ ਨੂੰ ਸਮਝਣਾ ਚਾਹੀਦਾ ਵੀ ਉਧਰ ਦੀ ਹਰ ਇਲਾਕੇ ਦੀ ਕੁਦਰਤ ਕਿੱਦਾਂ ਦੀ ਹੈਗੀ, ਉਹਨੂੰ ਉਹਦੇ ਚੈਲੰਜਸ ਅਲੱਗ ਤਰ੍ਹਾਂ ਦੇ ਹੋਣਗੇ, ਉਹ ਕਿੱਦਾਂ ਉਹਨੂੰ ਸਮਝਣਾ, ਉਸ ਬਾਰੇ ਥੋੜ੍ਹਾ ਜਿਹਾ। ਹਾਂ, ਦੇਖੋ ਸਭ ਤੋਂ ਪਹਿਲਾਂ ਤਾਂ ਇਹ ਹੈਗਾ ਕਿ ਜਿਸ ਤਰ੍ਹਾਂ ਪੰਜਾਬ 3 ਮੇਨ ਖਿੱਤਿਆਂ ਵਿੱਚ ਵੰਡਿਆ ਗਿਆ ਹੈਗਾ, ਇਸ ਤੋਂ ਅੱਗੇ ਇਹਦੇ ਸਬ ਖਿੱਤੇ ਵੀ ਹੈਗੇ ਆ। ਉਹ ਜ਼ਿਆਦਾ ਆਪਾਂ ਮਾਲਵਾ, ਮਾਝਾ ਅਤੇ ਦੁਆਬਾ ਇਹਨਾਂ 3 ਖਿੱਤਿਆਂ ਵਿੱਚ ਦੇਖਦੇ ਹਾਂ। ਮਾਲਵਾ ਦਾ ਖਿੱਤਾ ਬਹੁਤ ਵੱਡਾ ਹੈਗਾ ਆ, ਅੱਗੋਂ ਉਹ 3-4 ਖਿੱਤਿਆਂ ਵਿੱਚ ਫਿਰ ਵੰਡਿਆ ਆ। ਆਪਾਂ ਇਹਨਾਂ ਸਾਰਿਆਂ ਖਿੱਤੇ ਦੇ ਜੋ ਜਗਰਾਫੀਕਲ ਏਰੀਏ ਦੇ ਹਿਸਾਬ ਦੇ ਨਾਲ
ਹਰ ਇੱਕ ਖਿੱਤੇ ਦੀ ਆਪਦੀ ਡਾਇਵਰਸਿਟੀ, ਆਪਣੀ ਪਹਿਚਾਣ ਹੈਗੀ ਆ। ਹੁਣ ਗੱਲ ਆਪਾਂ ਕਰੀਏ ਕਿ ਜਦੋਂ ਆਪਾਂ ਗੱਲ ਕਰਦੇ ਕਿ ਨਰਮੇ ਦੀ ਗੱਲ ਕਰਦੇ ਹਾਂ, ਨਰਮਾ ਸਾਰੇ ਪੰਜਾਬ ਵਿੱਚ ਸਿਰਫ ਬਠਿੰਡਾ ਔਰ ਮੁਕਤਸਰ, ਉਸ ਬਰਨਾਲਾ ਏਰੀਆ ਦੇ ਵਿੱਚ ਹੀ ਹੁੰਦਾ ਆ। ਉਹਨੂੰ ਆਪਾਂ ਨਰਮਾ ਬੈਲਟ ਕਹਿ ਦਿੰਦੇ ਹਾਂ, ਕਪਾਹ ਬੈਲਟ ਕਹਿ ਦਿੰਦੇ ਹਾਂ। ਇਸੇ ਤਰ੍ਹਾਂ ਜਿਹੜੀ ਹੈਗੀ, ਜਿਸ ਤਰ੍ਹਾਂ ਆਲੂ ਜਾਂ ਕਮਾਦ ਹੈਗਾ, ਇਹ ਦੁਆਬੇ ਵਿੱਚ ਜ਼ਿਆਦਾ ਫੇਮਸ ਹੈਗਾ ਕਿ ਆਲੂ ਜਲੰਧਰ ਦੇ ਨੇੜੇ ਤੇੜੇ ਦਾ, ਜਲੰਧਰ ਹੁਸ਼ਿਆਰਪੁਰ ਇਹ ਦੁਆਬਾ ਹੈਗਾ ਬਣਦਾ। ਇਹਦੇ ਵਿੱਚ ਦੁਆਬੇ ਵਿੱਚ ਆਲੂ ਦੀ ਬੜੀ ਹੈਗੀ ਹੁੰਦਾ, ਵਧੀਆ ਹੁੰਦਾ ਆ। ਗੰਨਾ ਬੜਾ ਵਧੀਆ ਹੁੰਦਾ। ਸਬਜ਼ੀਆਂ ਦੁਆਬੇ ਵਿੱਚ ਬਹੁਤ ਜ਼ਿਆਦਾ ਵਧੀਆ ਹੁੰਦੀਆਂ। ਗੋਭੀ ਸਰੋਂ ਬਹੁਤ ਵਧੀਆ ਹੁੰਦੀ ਹੈਗੀ ਆ। ਮਤਲਬ ਦੁਆਬਾ ਦੋ ਦਰਿਆਵਾਂ ਦੇ ਵਿਚਕਾਰਲੀ ਬਹੁਤ ਹੀ ਫਰਟਾਈਲ ਮਿੱਟੀ ਹੈਗੀ ਆ। ਇੱਥੇ ਜਿਹੜਾ ਹੈਗਾ ਹੌਲੀ ਹੌਲੀ ਲੇਅਰ ਜਿਹੜੀ ਚੜੀ ਆ, ਅਤੇ ਬੜਾ ਕੁਛ ਇੱਥੇ ਹਰ ਇੱਕ ਤਰ੍ਹਾਂ ਦੀ ਫਸਲ ਹੋ ਜਾਂਦੀ ਆ। ਬਟ ਜਦੋਂ ਅਸੀਂ ਦਾਲਾਂ ਦੀ ਗੱਲ ਕਰਦੇ ਹਾਂ, ਦੁਆਬੇ ਦੇ ਵਿੱਚ ਦਾਲਾਂ ਜਿਹੜੀਆਂ ਹੈਗੀਆਂ ਖੁਸ਼ਕ ਵਾਲੀਆਂ ਦਾਲਾਂ, ਉਹ ਐਜ਼ ਕੰਪੇਅਰਡ ਮਾਲਵੇ ਦੀ ਕੁਆਲਿਟੀ ਥੋੜ੍ਹੀ ਜਿਹੀ ਆਪਾਂ ਡਾਊਨ ਮੰਨਦੇ ਹਾਂ। ਕਿਉਂਕਿ ਹਵਾ ਦੇ ਵਿੱਚ ਮੋਇਸਚਰ ਜ਼ਿਆਦਾ ਹੋਣ ਕਰਕੇ ਦਾਲਾਂ ਦੀ ਕੁਆਲਿਟੀ ਦੇ ਉੱਤੇ ਫਰਕ ਪੈਂਦਾ ਹੈਗਾ। ਅਤੇ ਮਾਲਵੇ ਦੇ ਵਿੱਚ ਜਿਹੜਾ ਹੈਗਾ ਡਰਾਈਨੈਸ ਜ਼ਿਆਦਾ ਹੋਣ ਕਰਕੇ ਉੱਥੋਂ ਦੀਆਂ ਦਾਲਾਂ ਜਿਹੜੀ ਹੈਗੀਆਂ ਚੰਗੀਆਂ ਬਣਦੀਆਂ। ਮਸਾਲੇ ਵਾਲੇ ਜਿਹੜੇ ਹੈਗੇ, ਇਸ ਤਰ੍ਹਾਂ ਧਨੀਆ ਹੈਗਾ, ਪਾਊਡਰ ਹੈਗਾ, ਇਹ ਉੱਧਰ ਵਧੀਆ ਆਉਂਦਾ। ਸਾਡੇ ਇੱਥੇ ਦੁਆਬੇ ਵਿੱਚ ਵੀ ਬਹੁਤ ਵਧੀਆ ਹੁੰਦਾ, ਮਾਲਵੇ ਮਾਝੇ ਵਿੱਚ ਵੀ ਵਧੀਆ ਹੁੰਦਾ ਆ, ਬਟ ਸ਼ਾਇਦ ਉੱਧਰ ਇਹਦੇ ਨਾਲੋਂ ਚੰਗਾ ਹੁੰਦਾ। ਅਗਰ ਸੀਡ ਪ੍ਰੋਡਕਸ਼ਨ ਦੀ ਗੱਲ ਕਰਨੀ ਆ, ਸਬਜ਼ੀਆਂ ਦੇ ਸੀਡ ਦੀ ਗੱਲ ਕਰਦਾ, ਤਾਂ ਉਹ ਟਾਈਮ ਜਿਹੜਾ ਹੈਗਾ ਜਦੋਂ ਕਿਸੇ ਫਸਲ ਦੇ ਵਿੱਚ ਸੀਡ ਆਉਂਦਾ, ਬਣਨ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ, ਤਾਂ ਉਸ ਵੇਲੇ ਜ਼ਿਆਦਾਤਰ ਡਰਾਈਨੈਸ ਹੋਣੀ ਜ਼ਰੂਰੀ ਹੈਗੀ ਹੈ। ਅਤੇ ਸਾਡੇ ਇਸ ਖਿੱਤੇ ਵਿੱਚ ਅਕਸਰ ਬਾਰਿਸ਼ਾਂ ਹੋ ਜਾਂਦੀਆਂ, ਮਾਝੇ ਔਰ ਦੁਆਬੇ ਦੇ ਵਿੱਚ। ਮਾਲਵਾ ਉਹ ਖਿੱਤੇ ਲਈ ਵਧੀਆ ਹੈਗਾ। ਮਤਲਬ ਇਸ ਤਰ੍ਹਾਂ ਹਰ ਇੱਕ ਤਰ੍ਹਾਂ ਖਿੱਤੇ ਦੀ ਡਾਇਵਰਸਿਟੀ ਜਿਹੜੀ ਹੈਗੀ ਨਾ, ਫਾਰਮਰ ਨੂੰ ਦੂਜੇ ਖਿੱਤਿਆਂ ਦੇ ਨਾਲ ਆਪਣੇ ਆਪ ਨੂੰ ਕੰਪੇਅਰ ਨਹੀਂ ਕਰਨਾ ਚਾਹੀਦਾ। ਆਪਣੇ ਖਿੱਤੇ ਦੀ ਜੋ ਵੀ ਸਪੈਸ਼ਲ ਫਸਲਾਂ ਹੈਗੀਆਂ, ਉਹਨਾਂ ਦੇ ਵਿੱਚ ਹੀ ਆਪਣੀ ਡਾਇਵਰਸਿਫਿਕੇਸ਼ਨ ਹੋਰ ਦੇਖਣੀ ਚਾਹੀਦੀ ਹੈ। ਯੂਥ ਨੂੰ ਕਾਫੀ ਧਿਆਨ ਦੇਣਾ ਪੈਣਾ ਇਸ ਚੀਜ਼, ਬਹੁਤ ਹੀ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਕਿਉਂਕਿ ਜਦੋਂ ਪੌਣ, ਪਾਣੀ, ਹਵਾ ਜਿਹੜੀ ਹੈਗੀ ਆ, ਇਹਨਾਂ ਚੀਜ਼ਾਂ ਦੀ ਤਸੀਰ ਜਿਹੜੀ ਹੈਗੀ ਆ, ਕਹਿੰਦੇ ਕਿ ਕੁਛ ਕੋਹ ਤੱਕ ਮਿੱਟੀ ਦੀ ਤਸੀਰ ਚੇਂਜ ਹੋ ਜਾਂਦੀ ਹੈ। ਅਤੇ ਫਿਰ ਅਸੀਂ ਜਿਹੜੀ ਹੈਗੀ ਆ ਮਿੱਟੀ ਦੀ ਤਸੀਰ ਜਦੋਂ ਕੁਛ ਕੋਹ 'ਤੇ ਹੀ ਚੇਂਜ ਹੋ ਜਾਂਦੀ ਆ, ਅਤੇ ਫਿਰ ਐਡੇ ਵੱਡੇ ਪੰਜਾਬ ਦੇ ਵਿੱਚ ਜਿਹੜਾ ਹੈਗਾ, ਅਸੀਂ ਕਿੱਦਾਂ ਸਾਰੀਆਂ ਇੱਕੋ ਤਰ੍ਹਾਂ ਦੀ ਡਾਇਵਰਸਿਟੀ ਕਰ ਸਕਦੇ ਹਾਂ। ਇਸ ਕਰਕੇ ਸਾਨੂੰ ਆਪਣੇ ਲੋਕਲ ਖਿੱਤੇ ਦੇ ਅਕੋਰਡਿੰਗ ਹੀ ਡਾਇਵਰਸਿਟੀ ਜਿਹੜੀ ਹੈਗੀ ਡਿਫਾਈਨ ਕਰਨੀ ਪਏਗੀ, ਔਰ ਉਸ ਆਪਣੀਆਂ ਜਿਹੜੀਆਂ ਸੀਮਾਵਾਂ ਹੈਗੀਆਂ ਆਪਣੀਆਂ, ਉਹਨਾਂ ਵਿੱਚ ਰਹਿ ਕੇ ਹੀ ਉਹਨੂੰ ਜਿਹੜਾ ਹੈਗਾ ਅੱਗੋਂ ਦੇਖਣ ਦੀ ਲੋੜ ਪੈਣੀ ਚਾਹੀਦੀ ਹੈਗੀ ਹੈ। ਠੀਕ ਹੈ ਜੀ। ਅਤੇ ਮੈਂ ਇਹਦੇ ਵਿੱਚ ਇੱਕ ਚੀਜ਼ ਹੋਰ ਐਡ ਕਰਨਾ ਚਾਹੂੰਗਾ ਕਿ ਖੇਤੀ ਨੂੰ ਉੱਤਮ ਐਵੇਂ ਹੀ ਨਹੀਂ ਕਿਹਾ ਗਿਆ, ਫਾਰਮਿੰਗ ਨੂੰ ਇੱਦਾਂ ਹੀ ਨਹੀਂ ਲੈਣਾ ਚਾਹੀਦਾ। ਮੇਰੇ ਹਿਸਾਬ ਨਾਲ ਮੈਨੂੰ ਲੱਗਦਾ ਕਿ ਫਾਰਮਿੰਗ ਸਭ ਤੋਂ ਉੱਪਰਲੀ ਚੀਜ਼ ਹੈਗੀ ਆ। ਲੱਗਦਾ ਕਿਆ ਇਹ ਸੱਚ ਹੈ? ਹਾਂ, ਬਿਲਕੁਲ ਸੱਚ ਹੈ ਜੀ। ਹੁਣ ਜਿਹੜੇ ਹਿਸਾਬ ਨਾਲ ਤੁਸੀਂ ਕਹਿ ਰਹੇ ਕਿ ਡਾਇਵਰਸਿਟੀ ਸਮਝਣੀ, ਉੱਥੇ ਦੀ ਪੌਣ ਪਾਣੀ ਨੂੰ ਸਮਝਣਾ, ਲਾਈਕ ਇੱਕ ਤਾਂ ਪੂਰਾ ਵਿਗਿਆਨਿਕ ਢੰਗ ਆ। ਮਤਲਬ ਇੱਕ ਤਰ੍ਹਾਂ ਦਾ ਕਿਸਾਨ ਜਿਹੜਾ ਇਸ ਤਰ੍ਹਾਂ ਦਾ ਅਗਰ ਸੋਚਦਾ, ਉਹ ਇੱਕ ਤਰ੍ਹਾਂ ਦਾ ਪੂਰਾ ਵਿਗਿਆਨਿਕ ਹੋਏਗਾ। ਬਿਲਕੁਲ ਜੀ, ਤੁਹਾਡੀ ਸੋਚ ਵਿਗਿਆਨਿਕ ਹੋਣੀ ਚਾਹੀਦੀ ਹੈ, ਔਰ ਨਾਲ ਦੀ ਨਾਲ ਕੁਦਰਤ ਦੇ ਡਿਸਿਪਲਨ ਦੇ ਅੰਡਰ ਹੋਣੀ ਚਾਹੀਦੀ ਹੈ। ਕਿਉਂਕਿ ਵਿਗਿਆਨੀ ਤਾਂ ਇਹ ਵੀ ਹੈਗੇ ਜਿਹੜੇ ਉਹ ਸਾਨੂੰ DAP, ਯੂਰੀਆ ਜਾਂ ਹੋਰ ਤਰ੍ਹਾਂ ਦੀ ਸਪਰੇਆਂ ਪਾਉਂਦੇ ਹੈਗੇ ਆ। ਉਹ ਵਿਗਿਆਨੀਆਂ ਦਾ ਵਿਗਿਆਨ ਅਲੱਗ ਹੈਗਾ, ਕੁਦਰਤ ਦਾ ਇੱਕ ਅਲੱਗ ਵਿਗਿਆਨ ਹੈਗਾ। ਜਦੋਂ ਕੁਦਰਤੀ ਖੇਤੀ ਦੀ ਗੱਲ ਕਰਨੀ, ਤਾਂ ਕੁਦਰਤ ਦੇ ਵਿਗਿਆਨ ਨੂੰ ਸਮਝਣ ਦੀ ਲੋੜ ਆ, ਨਾ ਕਿ ਤੁਸੀਂ ਉਸ ਵਿਗਿਆਨ ਨੂੰ ਸਮਝੋ ਜਿਹੜਾ ਕੈਮੀਕਲ ਦੇ ਬੇਸਡ ਹੈਗਾ ਆ। ਇਸ ਚੀਜ਼ ਕਰਕੇ ਇਹਨਾਂ ਦੋਨਾਂ ਵਿਗਿਆਨਾਂ ਨੂੰ ਸਮਝਣ ਦੀ ਅਲੱਗ-ਅਲੱਗ ਤਰ੍ਹਾਂ ਦੀ ਜ਼ਰੂਰਤ ਹੈ। ਇਹ ਨਹੀਂ ਹੈਗਾ ਕਿ ਉਹ ਵਿਗਿਆਨੀ ਹੈਗੀ ਤਾਂ ਵਿਗਿਆਨੀ ਵੀ ਹੀ ਮੈਂ ਕਿਹਾ ਸੀ। ਵਿਗਿਆਨੀ ਇੱਕ ਜਿਹੜੀ ਹੈਗੀ ਆ ਕਲਾਸ ਦੀ ਗੱਲ ਕਰਦੇ ਆਪਾਂ, ਪਰ ਵਿਗਿਆਨ ਦੇ ਤੱਥ ਜਿਹੜੇ ਪੈਰਾਮੀਟਰ ਉਹ ਅਲੱਗ-ਅਲੱਗ ਹੈਗੇ ਆ। ਇਸ ਕਰਕੇ ਤੁਹਾਡੀ ਕੁਦਰਤੀ ਖੇਤੀ ਨੂੰ ਦੇ ਵਿੱਚ ਜਦੋਂ ਤੁਸੀਂ ਆਉਂਦੇ ਹੈਗੇ ਆ, ਕੁਦਰਤ ਦੇ ਵਿਗਿਆਨ ਨੂੰ ਸਮਝੋ, ਰੂਟ ਜ਼ੋਨ ਨੂੰ ਸਮਝੋ, ਉਹਦੀ ਜਿਹੜੀ ਹੈਗੀ ਆ ਕਨੋਪੀ ਜਾਂ ਜੋ ਉਹਦਾ ਸਮਾਂ ਹੈਗਾ ਆ, ਉਹਦੇ ਵਧਣ ਦੀ ਪ੍ਰਕਿਰਿਆ ਹੈਗੀ, ਉਹਦੀ ਕੱਦ ਕਿੰਨਾ ਹੈਗਾ ਆ, ਇਹਨਾਂ ਸਾਰੀਆਂ ਚੀਜ਼ਾਂ ਦੇ ਹਿਸਾਬ ਨਾਲ ਆਪਣੀ ਫਸਲਾਂ ਦੀ ਪਲੈਨਿੰਗ ਕਰਕੇ ਤੁਸੀਂ ਬੀਜੋ, ਤਾਂ ਕਿ ਤੁਹਾਡੀਆਂ ਜਿਹੜੀਆਂ ਹੈਗੀਆਂ ਫਸਲਾਂ ਇੱਕ ਦੂਜੇ ਦੇ ਲਈ ਕੰਪੈਨੀਅਨ ਦਾ ਕੰਮ ਕਰਨਾ, ਨਾ ਕਿ ਉਹਨਾਂ ਦੇ ਵਿੱਚ ਪਰਸਪਰ ਵਿਰੋਧ ਦੀ ਭਾਵਨਾ ਹੋਵੇ। ਇਹਨਾਂ ਦੇ ਕੰਬੋ ਜਿਹੜੇ ਹੈਗੇ ਉਹ ਉਹਨਾਂ ਦੇ ਹਿਸਾਬ ਨਾਲ ਕੰਮ ਕਰੋ। ਇੱਕ ਫਸਲ ਤੋਂ ਬਾਅਦ ਦੂਜੀ ਫਸਲ ਕਿਹੜੀ ਬੀਜਣੀ ਹੈਗੀ ਆ, ਇਹਦੇ ਬਾਰੇ ਵੀ ਤੁਹਾਨੂੰ ਰਿਸਰਚ ਕਰਨ ਦੀ ਜ਼ਰੂਰਤ ਹੈਗੀ ਆ ਕਿ ਇੱਕੋ ਤਰ੍ਹਾਂ ਦੇ ਰੂਟ ਜ਼ੋਨ ਵਾਲੀਆਂ ਫਸਲਾਂ ਅਗਲੇ ਸਾਲ ਉਹ ਤੁਸੀਂ ਰਿਪੀਟ ਨਾ ਕਰੋ, ਨਹੀਂ ਤਾਂ ਤੁਹਾਡਾ ਝਾੜ ਵੀ ਘਟੇਗਾ, ਤੁਹਾਡੀ ਮਿਹਨਤ ਵੀ ਵਧੇਗੀ, ਔਰ ਤੁਹਾਨੂੰ ਲਾਸਟ ਉੱਤੇ ਪ੍ਰੋਫਿਟ ਵੀ ਨਹੀਂ ਬਣੇਗਾ। ਅਗਰ ਤੁਸੀਂ ਰੂਟ ਨੂੰ ਕੰਸੀਡਰ ਕਰਕੇ, ਰੂਟ ਦੀ ਪ੍ਰੋਪਰ ਉਹਦੀ ਜਿਹੜੀ ਹੈਗੀ ਆ ਸਾਰੀ ਪ੍ਰਕਿਰਿਆ ਨੂੰ ਸਮਝ ਕੇ ਤੁਸੀਂ ਅਗਲੀ ਫਸਲ ਬੀਜਦੇ ਆ, ਅਲੱਗ ਰੂਟ ਜ਼ੋਨ ਵਾਲੀ ਕਰਦੇ ਆ, ਅਲੱਗ ਪਾਣੀ ਵੇਸਟ ਜਿਹੜੀ ਹੈਗੀ, ਵਾਟਰ ਵੇਸਟ ਜਿਹੜੀ ਅਲੱਗ ਤਰ੍ਹਾਂ ਦੀ ਹੈਗੀ ਆ, ਡੈਫੀਨੇਟਲੀ ਤੁਹਾਡੀ ਫਸਲ ਜਿਹੜੀ ਹੈਗੀ ਵਧੀਆ ਹੀ ਹੋਏਗੀ।
ਸਿਰਫ ਇੱਕ ਚੀਜ਼ ਹੈਗੀ ਆ, ਡਿਸਟੈਂਸਿੰਗ ਦੇ ਉੱਤੇ ਜ਼ਰੂਰ ਧਿਆਨ ਦੇਣਾ। ਹੂੰ ਪੌਦੇ ਦੀਆਂ 4 ਮੇਨ ਜ਼ਰੂਰਤਾਂ, ਜਿਨ੍ਹਾਂ ਵਿੱਚ ਸਭ ਤੋਂ ਸੁਪੀਰੀਅਰ ਹੈਗੀ ਧੁੱਪ। ਹੂੰ ਅਸੀਂ ਵੀ ਧੁੱਪ ਤੋਂ ਬਿਨਾਂ ਸਾਡੇ ਵੀ ਜਿਹੜੇ HB ਦੇ ਵਿੱਚ ਆਇਰਨ ਕੰਟੈਂਟ ਨਹੀਂ ਬਣਦਾ। ਫਸਲਾਂ ਵੀ ਆਪਣੀਆਂ ਸਾਰੀ ਦਾ ਸਾਰਾ ਜਿਹੜਾ ਹੈਗਾ ਭੋਜਨ ਜਿਹੜਾ ਹੈਗਾ ਪ੍ਰਕਾਸ਼ ਸੰਸਲੇਸ਼ਨ ਦੇ ਰਾਹੀਂ ਹੀ ਬਣਾਉਣੀਆਂ ਹੈਗੀਆਂ। ਤੇ ਇਸੇ ਤਰ੍ਹਾਂ ਦੂਜਾ ਕੰਪੋਨੈਂਟ ਹੈਗਾ ਹਵਾ। ਜਦੋਂ ਅਸੀਂ ਪੈਸਟ ਮੈਨੇਜਮੈਂਟ ਦੀ ਗੱਲ ਕਰਦੇ ਹੈਗੇ ਆ, ਹਵਾ ਇਹਦੇ ਲਈ ਇੱਕ ਬਹੁਤ ਵੱਡਾ ਕਾਰਕ ਹੈਗਾ। ਅਗਰ ਤੁਸੀਂ ਉਹਨਾਂ ਦੇ ਡਿਸਟੈਂਸਿੰਗ ਪ੍ਰੋਪਰ ਕਰਦੇ ਆ, ਹਵਾ ਦੋ ਬੂਟਿਆਂ ਦੇ ਵਿਚਕਾਰ ਦੀ ਸੌਖਿਆਂ ਹੀ ਲੰਘਦੀ ਆ। ਜਿੱਥੇ ਤੁਹਾਡੇ ਫਸਲ ਦੇ ਉੱਤੇ ਢਹਿਣ ਦੀ ਸਮੱਸਿਆ ਨਹੀਂ ਆਊਗੀ, ਉੱਥੇ ਨਾਲ ਦੀ ਨਾਲ ਹੀ ਪੈਸਟ ਵੀ ਤੁਹਾਡਾ ਕੰਟਰੋਲ ਹੋਏਗਾ ਕਾਫੀ ਹੱਦ ਤੱਕ। 100% ਨਹੀਂ ਹੁੰਦਾ, ਕਿਉਂਕਿ ਕੁਦਰਤ ਕਿਸੇ ਵੀ ਜੀਵ ਦੀ ਸਪੀਸ਼ੀਜ਼ ਨੂੰ ਜਿਹੜੀ ਹੈਗੀ ਆ ਉਹ ਤੇ ਨਾ ਹੀ ਜਿਹੜੀ ਹੈਗੀ ਆ ਪੌਦਿਆਂ ਦੀ, ਦੋਨਾਂ ਦੀ ਕਿਸੇ ਦਾ ਵੀ ਵੰਸ਼ ਨਾਸ਼ ਨਹੀਂ ਕਰਦੀ, ਕਿਉਂਕਿ ਸਾਰੇ ਇੱਕ ਦੂਜੇ 'ਤੇ ਡਿਪੈਂਡੈਂਟ ਹੈਗੇ। ਉਹਦੀ ਫੂਡ ਚੇਨ ਦਾ ਹੀ ਇੱਕ ਪਾਰਟ ਹੈਗੇ ਆ। ਜਦੋਂ ਅਸੀਂ ਆਰਗੈਨਿਕ ਜਾਂ ਜੈਵਿਕ ਖੇਤੀ ਦੇ ਵਿੱਚ ਕਿਸੇ ਤਰ੍ਹਾਂ ਦੀ ਘੋਲਾਂ ਦੀ ਗੱਲ ਕਰਦੇ ਹੈਗੇ ਕਿ ਇਹ ਇਸ ਤਰ੍ਹਾਂ ਦਾ ਘੋਲ ਜਿਹੜਾ ਹੈਗਾ ਇਹਨਾਂ ਕੀੜਿਆਂ ਨੂੰ ਫਸਲ ਤੋਂ ਦੂਰ ਰੱਖਦਾ, ਤਾਂ ਇਟ ਮੀਨਸ ਕਿ ਅਸੀਂ ਕੁਦਰਤ ਦੀ ਖੇਤੀ ਦੇ ਵਿੱਚ, ਕੁਦਰਤ ਦੇ ਡਿਸਿਪਲਿਨ ਦੇ ਵਿੱਚ ਇੰਟਰਪਟ ਉਹਨੂੰ ਕਰ ਰਹੇ ਹੈਗੇ ਆ। ਉਹਦੇ ਵਿੱਚ ਆਪਣੀ ਛੇੜਖਾਨੀ ਕਰ ਰਹੇ ਹੈਗੇ ਆ, ਸਿਰਫ ਆਪਣੀ ਫਸਲ ਦੇ ਲਾਲਚ, ਆਪਣੀ ਗਰੀਡ ਨੂੰ ਵਧਾਉਣ ਵਾਸਤੇ, ਤਾਂ ਕਿ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਮਿਲ ਸਕੇ। ਕੁਦਰਤ ਦੇ ਅਸੂਲ ਦੇ ਹਿਸਾਬ ਨਾਲ ਤੁਸੀਂ ਉਹਨਾਂ ਦੀ ਅਗਰ ਪ੍ਰੋਪਰ ਪਲੈਨਿੰਗ ਦੇ ਹਿਸਾਬ ਨਾਲ, ਕੁਦਰਤੀ ਪਲੈਨਿੰਗ ਦੇ ਹਿਸਾਬ ਨਾਲ ਤੁਸੀਂ ਸਮਝ ਕੇ ਕਰਦੇ ਆ, ਤਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੁਛ ਕਰਨ ਦੀ ਜ਼ਿਆਦਾ ਜ਼ਰੂਰਤ ਨਹੀਂ ਪੈਂਦੀ। ਜਸਟ ਉਹਦੇ ਡਿਸਿਪਲਿਨ ਨੂੰ ਸਮਝ ਕੇ ਚੱਲੋ। ਮੇਰੀ 10.5 ਸਾਲ ਦੇ ਇਸ ਸਫ਼ਰ ਦੇ ਦੌਰਾਨ ਮੈਂ ਪਿਛਲੇ 9.5 ਸਾਲ ਤੋਂ ਫਸਲਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਇਨਪੁਟ ਨਹੀਂ ਕਰਦਾ। ਨਾ ਹੀ ਮੈਂ ਜਿਹੜਾ ਹੈਗਾ ਢੋਲੀ ਚੱਕਦਾ, ਨਾ ਹੀ ਮੈਂ ਜਿਹੜੀ ਹੈਗੀ ਆ ਕਿਸੇ ਤਰ੍ਹਾਂ ਦੀ ਰੂੜੀ ਪਾਉਣਾ, ਅਤੇ ਕਿਸੇ ਵੀ ਤਰ੍ਹਾਂ ਦੀ ਬਾਹਰੋਂ ਚੀਜ਼ ਜਾਂ ਮੇਰੇ ਖੁਦ ਦੁਆਰਾ ਬਾਇਓ ਪ੍ਰੋਡਕਟ ਬਣਾਉਣ ਵਾਲੀ ਮੈਂ ਕੁਛ ਨਹੀਂ ਕਰਦਾ। ਮੈਂ ਸਿਰਫ ਅਤੇ ਸਿਰਫ ਰੋਟੇਸ਼ਨ ਦੇ ਉੱਤੇ ਧਿਆਨ ਦਿੰਦਾ, ਮੈਂ ਫਸਲਾਂ ਦੀ ਰੂਟ ਚੋਣ 'ਤੇ ਧਿਆਨ ਦਿੰਦਾ। ਔਰ ਇੱਕ ਕੰਪੋਨੈਂਟ ਹੈਗਾ ਵਾਟਰ ਇਰੀਗੇਸ਼ਨ ਜਿਹੜੀ ਹੈਗੀ ਆ, ਜਿਹੜੀ ਫਸਲਾਂ ਨੂੰ ਪਾਣੀ ਦੇਣ ਦੀ ਮਹੱਤਤਾ ਹੈਗੀ ਆ, ਉਹ ਸਭ ਤੋਂ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਆ, ਕਿਉਂਕਿ ਉਹ ਸਾਡੇ ਹੱਥ 'ਚ ਆ। ਕੁਦਰਤ ਦੀ ਧੁੱਪ ਵੀ ਕਿਸੇ ਨਾਲ ਵੀ ਬਿਲਕੁਲ ਵੀ ਪੱਖਪਾਤ ਨਹੀਂ ਕਰਦੀ, ਹਵਾ ਵੀ ਕਿਸੇ ਨਾਲ ਪੱਖਪਾਤ ਨਹੀਂ ਕਰਦੀ, ਮਿੱਟੀ ਵੀ ਜਿਹੜੀ ਹੈਗੀ ਤੁਸੀਂ ਜਿੱਦਾਂ ਦੀ ਉਹਨੂੰ ਬਣਾ ਦਿੰਦੇ ਆ, ਉਹਦੇ ਵਿੱਚ ਨਿਊਟ੍ਰੀਐਂਟ ਜਿਹੜੇ ਹੈਗੇ ਆ, ਜਿਹੜੀ ਕੁਦਰਤ ਦੇ ਵੀਡ ਦੇ ਰੂਪ ਵਿੱਚ ਜਿਹੜੇ ਸਾਡੇ ਕੋਲ ਆਏ ਹੈਗੇ ਆ, ਅਗਰ ਅਸੀਂ ਖੇਤ ਦੇ ਵਿੱਚ ਉਹਨੂੰ ਮਿਲਾਉਂਦੇ ਆ ਤਾਂ ਆਟੋਮੈਟਿਕਲੀ ਉਹਦੀ ਫਰਟੀਲਿਟੀ ਜਿਹੜੀ ਹੈਗੀ ਆ, ਉਪਜਾਊ ਸ਼ਕਤੀ ਵੱਧਦੀ ਹੈਗੀ ਆ। ਚੌਥਾ ਕੰਪੋਨੈਂਟ ਹੈਗਾ ਪਾਣੀ। ਬਰਸਾਤ ਦਾ ਸੀਜ਼ਨ ਇੱਕ ਅਲੱਗ ਤਰ੍ਹਾਂ ਦਾ ਆ, ਬਾਕੀ ਸਾਰਾ ਸਾਲ ਫਸਲਾਂ ਸਾਡੇ ਉੱਤੇ ਡਿਪੈਂਡ ਰਹਿੰਦੀਆਂ, ਉਹਨੂੰ ਪਾਣੀ ਦੇਣਾ ਹੈਗਾ। ਉਹ ਪਾਣੀ ਕਿੰਨਾ ਦੇਣਾ ਆ, ਕਿਹੜੀਆਂ ਫਸਲਾਂ ਨੂੰ ਘੱਟ ਪਾਣੀ ਲੱਗਦਾ, ਕਿਹੜੀ ਨੂੰ ਵੱਧ ਲੱਗਦਾ, ਕਿਹੜੀ ਫਸਲ ਦਾ ਟਾਈਮ ਡਿਊਰੇਸ਼ਨ ਲੰਬੀ ਹੈਗੀ, ਕਿਹੜੀ ਸ਼ਾਰਟ ਹੈਗੀ ਆ, ਇਹਨਾਂ ਸਾਰੀਆਂ ਚੀਜ਼ਾਂ ਉੱਤੇ ਤੁਹਾਨੂੰ ਕੰਮ ਕਰਨ ਦੀ ਜ਼ਰੂਰਤ ਹੈਗੀ ਆ। ਫਸਲਾਂ ਨੂੰ ਜਿਨ੍ਹਾਂ ਨੂੰ ਘੱਟ ਪਾਣੀ ਚਾਹੀਦਾ, ਉਹਨੂੰ ਪਾਣੀ ਦੇ ਸੋਰਸ ਤੋਂ ਥੋੜ੍ਹਾ ਦੂਰ ਲੈ ਜਾਓ। ਜਿਨ੍ਹਾਂ ਨੂੰ ਵੱਧ ਪਾਣੀ ਝੱਲਦੀਆਂ, ਉਹ ਫਸਲਾਂ ਨੂੰ ਪਾਣੀ ਦੇ ਸੋਰਸ ਦੇ ਨੇੜੇ ਰੱਖੋ, ਕਿਉਂਕਿ ਜਦੋਂ ਲੰਮੀਆਂ ਖਾਲਾਂ ਪਈਆਂ ਹੈਗੀਆਂ ਜਾਂ ਨੱਕੇ ਹੈਗੇ, ਨੱਕਾ ਅਗਰ ਟੁੱਟ ਗਿਆ, ਉਹ ਪਾਣੀ ਪਿੱਛੇ ਟੁੱਟ ਕੇ ਤੁਹਾਡਾ ਪੈ ਗਿਆ, ਤਾਂ ਤੁਹਾਡੀ ਜਿਹੜੀ ਵੱਧ ਫਸਲ ਸਹਾਰਨ ਵਾਲੀ ਹੈਗੀ ਆ ਪਾਣੀ, ਤਾਂ ਉਹਨੂੰ ਉੱਥੇ ਬੀਜਿਆ ਹੋਇਆ ਤਾਂ ਤੁਹਾਡਾ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੁੰਦਾ। ਠੀਕ ਹੈ ਜੀ, ਇਸ ਚੀਜ਼ ਉੱਤੇ ਜ਼ਰੂਰ ਧਿਆਨ ਦਿਓ। ਪਾਣੀ ਕਿੰਨਾ ਦੇਣਾ ਔਰ ਕਦੋਂ ਦੇਣਾ, ਇਸ ਚੀਜ਼ ਦੇ ਉੱਤੇ ਬਹੁਤ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈਗੀ ਆ। ਇਹ ਇੱਕ ਕਾਫੀ ਵੱਡਾ ਇੱਕ ਸਬਜੈਕਟ ਹੈਗਾ ਆ, ਇਹਦੇ ਬਾਰੇ ਦੁਬਾਰਾ ਗੱਲ ਕੀਤੀ ਜਾ ਸਕਦੀ ਹੈ ਕਿ ਆਪਾਂ ਨੋਰਮਲੀ ਘੱਟ ਪਾਣੀ ਵਾਲੀਆਂ ਫਸਲਾਂ ਦੀ ਵੰਡ ਕਰ ਲਓ, ਨੋਰਮਲ ਵਾਲੀਆਂ ਦੀ ਕਰ ਲਓ, ਅਤੇ ਤੀਜੀ ਜਿਹੜੀਆਂ ਜ਼ਿਆਦਾ ਪਾਣੀ ਸਹਾਰ ਸਕਦੀਆਂ। ਇਹਨਾਂ ਚੀਜ਼ਾਂ ਨੂੰ ਵੰਡ ਦੇ ਕੇ ਹੀ ਤੁਸੀਂ ਆਪਣਾ ਕੰਮ ਕਰਨਾ ਸ਼ੁਰੂ ਕਰ ਦਿਓ, ਤੁਹਾਨੂੰ ਕਾਫੀ ਸਫਲਤਾ ਮਿਲ ਜਾਊਗੀ। ਜਿੱਦਾਂ ਜਿੱਦਾਂ ਤੁਹਾਡਾ ਤਜਰਬਾ ਅੱਗੇ ਵਧੀ ਜਾਂਦਾ, ਤੁਹਾਨੂੰ ਆਟੋਮੈਟਿਕਲੀ ਚੀਜ਼ਾਂ ਸਮਝਣੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ। ਬਟ ਤੁਹਾਡੇ ਵਿੱਚ ਇੱਕ ਲਰਨ ਕਰਨ ਦੀ, ਸਿੱਖਣ ਦੀ ਕਲਾ ਜ਼ਰੂਰ ਹੋਣੀ ਚਾਹੀਦੀ ਤੇ ਸਹਿਜਤਾ ਹੋਣੀ ਚਾਹੀਦੀ ਹੈ। ਸਹਿਜ ਪੱਕੇ ਸੋ ਮੀਠਾ ਹੋਏ। ਹੌਲੀ ਹੌਲੀ ਇਹ ਸਹਿਜ ਦੇ ਨਾਲ ਜਿਹੜਾ ਹੈਗਾ, ਦੂਜੇ ਦਾ ਦਿੱਤਾ ਗਿਆਨ ਸ਼ਾਇਦ ਅਸੀਂ ਓਨਾ ਜਲਦੀ ਆਪਣੇ ਉੱਤੇ ਲਾਗੂ ਨਹੀਂ ਕਰਦੇ ਜਿੰਨਾ ਅਸੀਂ ਖੁਦ ਦਾ ਜਿਹੜਾ ਹੈਗਾ ਐਕਸਪੀਰੀਅੰਸ ਜਿਹੜਾ ਹੈਗਾ ਉਹਨੂੰ ਆਪਣਾ ਨੀਜ ਨਾਲ ਸਮਝਦੇ ਹਾਂ। ਸਾਡਾ ਤਜਰਬਾ ਕੀਤਾ ਹੋਇਆ, ਸਾਡਾ ਬੜੇ ਲੰਬੇ ਸਮੇਂ ਤੱਕ ਸਾਡੇ ਚੇਤਿਆਂ ਵਿੱਚ ਰਹਿੰਦਾ, ਅਤੇ ਦੂਜੇ ਦਾ ਕੋਲੋਂ ਸਿੱਖਿਆ ਸ਼ਾਇਦ ਕੁਝ ਦੇਰ ਬਾਅਦ ਅਸੀਂ ਵਿਸਰ ਜਾਂਦੇ ਹੈਗੇ। ਇਸ ਕਰਕੇ ਇਸ ਚੀਜ਼ 'ਤੇ ਧਿਆਨ ਦਿਓ ਕਿ ਪਰਸਨਲ ਮਿਹਨਤ ਜ਼ਿਆਦਾ ਕਰੋ। ਆਪਣਾ ਜਿੱਥੇ ਰਿਸ਼ਟ ਪੁਸ਼ਟ ਅਸੀਂ ਰਹਿੰਦੇ ਹੈਗੇ, ਮਿਹਨਤ ਜ਼ਿਆਦਾ ਕਰਕੇ ਪਸੀਨਾ ਨਿਕਲਦਾ, ਬਿਮਾਰੀਆਂ ਤੋਂ ਬਚਦੇ ਹਾਂ, ਅਤੇ ਜਿਹੜੀ ਰੇਹ ਸਪਰੇ ਤੋਂ ਬਿਨਾਂ ਸਬਜ਼ੀ ਪੈਦਾ ਕਰਦੇ ਉਹਦੇ ਨਾਲ ਸਾਡੀ ਐਨਰਜੀ ਵੀ ਬੈਕਅਪ ਮਿਲ ਜਾਂਦਾ ਉਹਦੇ ਕੋਲੋਂ। ਮਤਲਬ ਇਹ ਇੱਕ ਬਹੁਤ ਵਧੀਆ ਇੰਟਰਸਟਿੰਗ ਫੀਲਡ ਹੈਗਾ। ਜੇ ਅਗਰ ਤੁਸੀਂ ਇਹਦੇ ਵਿੱਚ ਇੰਟਰਸਟ ਨਾਲ ਕੰਮ ਕਰਦੇ ਹੈਗੇ ਆ, ਤੁਹਾਨੂੰ ਕਿਤੇ ਵੀ ਪਛਤਾਵੇ
ਦਾ ਤੁਹਾਡੇ ਲਈ ਕੋਈ ਵੀ ਵਜ੍ਹਾ ਨਹੀਂ ਬਣੂਗੀ। ਨਾ ਹੀ ਤੁਹਾਨੂੰ ਪਛਤਾਵਾ ਫਿਜ਼ੀਕਲੀ ਹੈਗਾ, ਸਿਹਤ ਵੱਲੋਂ ਹੋਏਗਾ, ਨਾ ਹੀ ਤੁਹਾਨੂੰ ਇਕਨੋਮਿਕਲ ਹੋਏਗਾ। ਸਹੀ। ਕੁਦਰਤ ਕਿਸੇ ਦਾ ਵੀ ਹੱਕ ਨਹੀਂ ਰੱਖਦੀ। ਹੂੰ। ਖੈਰ, ਤੁਹਾਡੀ ਇਹ ਸਾਰੀਆਂ ਗੱਲਾਂ ਨੂੰ ਸਮਝਦੇ ਹੋਏ, ਜਿਹੜੇ ਹਿਸਾਬ ਨਾਲ ਤੁਸੀਂ ਕੁਦਰਤ ਤੋਂ ਆਪਣੀ ਲਰਨਿੰਗ ਕੀਤੀ, ਛੋਟੀ ਛੋਟੀ ਗੱਲਾਂ ਨੂੰ, ਚੀਜ਼ਾਂ ਨੂੰ ਸਮਝਿਆ, ਵਿਗਿਆਨਿਕ ਤੌਰ 'ਤੇ ਆਪਣਾ ਅਪਰੋਚ ਰੱਖਿਆ, ਤਾਂ ਮੈਂ ਤਾਂ ਮਤਲਬ ਕਿ ਹਰ ਐਸੇ ਕਿਸਾਨ ਨੂੰ ਜੋ ਕਿ ਵਿਗਿਆਨਿਕ ਸੋਚ ਰੱਖਦਾ ਅਤੇ ਕੁਦਰਤ ਦੇ ਥਰੂ ਲਰਨ ਕਰਦਾ, ਮੈਂ ਉਹਨਾਂ ਨੂੰ ਕ੍ਰਿਸ਼ੀ ਵਿਗਿਆਨਿਕ ਹੀ ਕਹਿੰਦਾ। ਅਤੇ ਮੈਂ ਨੌਜਵਾਨਾਂ ਨੂੰ ਵੀ ਇਹੀ ਕਹਿਣਾ ਚਾਹੂੰਗਾ ਕਿ ਜਿੱਦਾਂ ਬਲਜੀਤ ਜੀ ਨੇ ਕੁਦਰਤ ਨੂੰ ਸਮਝਿਆ ਅਤੇ ਉਸ ਤੋਂ ਬਾਅਦ ਆਰਗੈਨਿਕ ਫਾਰਮਿੰਗ ਕੀਤੀ, ਫਿਰ ਉਸ ਤੋਂ ਬਾਅਦ ਮਾਰਕੀਟਿੰਗ ਦੇ ਜਿਹੜੇ ਇਹਨਾਂ ਦੇ ਟੈਕਟਿਕਸ ਹੈਗੇ ਸੀਗੇ, ਸੋਲਿਊਸ਼ਨ ਸੀਗੇ, ਉਹਨਾਂ ਨੂੰ ਅਗਰ ਗੌਰ ਨਾਲ ਸਮਝੀਏ ਤਾਂ ਮੈਨੂੰ ਨਹੀਂ ਲੱਗਦਾ ਕਿ ਹਲੇ ਵੀ ਕਿਸਾਨੀ ਤੋਂ ਉੱਤੇ ਕੁਝ ਹੈਗਾ। ਹਜੇ ਵੀ ਪੂਰਾ ਸ਼ੋਰ ਹਾਂ ਕਿ ਕਿਸਾਨੀ ਤੋਂ ਉੱਤੇ ਕੋਈ ਵੀ ਕੰਮ ਨਹੀਂ ਹੈਗਾ, ਅਤੇ ਆਪਾਂ ਨੌਜਵਾਨ ਮਿਲ ਕੇ ਇਹ ਚੀਜ਼ ਨੂੰ ਸਮਝੀਏ ਅਤੇ ਇਹੋ ਜਿਹੇ ਕ੍ਰਿਸ਼ੀ ਵਿਗਿਆਨੀਆਂ ਤੋਂ ਸਮਝੀਏ। ਅਤੇ ਉਮੀਦ ਕਰਦਾ ਹਾਂ ਕਿ ਅੱਗੇ ਫਿਰ ਕਿਸੇ ਐਸੇ ਕ੍ਰਿਸ਼ੀ ਵਿਗਿਆਨਿਕ ਤੋਂ ਮਿਲਾਂਗੇ ਅਤੇ ਉਹਨਾਂ ਦੇ ਜੀਵਨ ਦੇ ਜਿਹੜੇ ਜੋ ਵੀ ਉਹਨਾਂ ਨੇ ਸਮਝਿਆ, ਸਿੱਖਿਆ ਕੁਦਰਤ ਤੋਂ, ਉਹ ਤੁਹਾਡੇ ਨਾਲ ਸਾਂਝਾ ਕਰਾਂਗੇ। ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ।